ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ। ਕੱਲ 139 ਛੰਦ ਤੱਕ ਕਥਾ ਹੋ ਗਈ ਸੀ। ਅੱਜ 140ਵੇਂ ਛੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈ। ਇਹ ਬਾਣੀ ਪੜ੍ਹਨ 'ਚ ਇੰਨੀ ਔਖੀ ਨਹੀਂ ਜਿੰਨੀ ਸਮਝਣ 'ਚ ਔਖੀ ਹੈ, ਕਿਉਂਕਿ ਇਹ ਬਾਣੀ ਦੇ ਵਿੱਚ ਹਿੰਦੀ ਹੈ, ਸੰਸਕ੍ਰਿਤ ਹੈ, ਫਾਰਸੀ ਹੈ ਅਤੇ ਬ੍ਰਿਜ ਭਾਸ਼ਾ ਹੈ। ਇਸ ਕਰਕੇ ਆਮ ਲੋਕਾਂ ਨੂੰ ਨਾ ਚੰਗੀ ਤਰ੍ਹਾਂ ਹਿੰਦੀ ਆਉਂਦੀ ਹੈ, ਫਾਰਸੀ ਅਤੇ ਸੰਸਕ੍ਰਿਤ ਦੀ ਗੱਲ ਹੀ ਦੂਰ ਹੈ, ਬ੍ਰਿਜ ਭਾਸ਼ਾ ਵੀ ਸਮਝ ਨਹੀਂ ਆਉਂਦੀ। ਇਸ ਲਈ ਸ਼ਬਦ ਔਖੇ ਨੇ। ਔਖੇ ਹੋਣ ਕਰਕੇ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੇ। ਇਸ ਲਈ ਜਿਹੜੇ ਤੇ ਨਾਲ ਔਖੇ ਸ਼ਬਦਾਂ ਦੇ ਅਰਥ ਲਿਖ ਰਹੇ ਨੇ ਉਹ ਤਾਂ ਠੀਕ ਹੈ, ਬਾਅਦ 'ਚ ਯਾਦ ਕਰ ਲੈਣਗੇ, ਸਮਝ ਆ ਜਾਏਗੀ। ਜੇ ਨਿਰਾ ਤੁਸੀਂ ਉਂਝ ਅਰਥ ਸੁਣੋਗੇ 5 ਮਿੰਟਾਂ ਬਾਅਦ ਸਭ ਕੋਈ ਅਰਥ ਨਹੀਂ ਆਉਣਾ, ਸਾਰੇ ਔਖੇ ਨੇ ਸ਼ਬਦ। ਇਸ ਲਈ ਖਿਆਲ ਰੱਖਣਾ। ਦਸਮ ਪਾਤਸ਼ਾਹ ਕਹਿੰਦੇ ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ। ਅਸੰਭ, ਹੇ ਪਰਮਾਤਮਾ ਤੂੰ ਪ੍ਰਕਾਸ਼ ਸਰੂਪ ਹੈ। ਤੈਨੂੰ ਜਿਹੜਾ ਪ੍ਰਕਾਸ਼ ਹੈ ਕਿਸੇ ਤੋਂ ਨਹੀਂ ਮਿਲਦਾ, ਤੂੰ ਆਪ ਹੀ ਪ੍ਰਕਾਸ਼ ਹੈ। ਤੂੰ ਪ੍ਰਕਾਸ਼ ਸਰੂਪ ਹੈ। ਅਸੰਭ ਹੈ, ਪ੍ਰਕਾਸ਼ ਸਰੂਪ ਹੈ। ਅਗੰਭ ਹੈ, ਤੂੰ ਅਪਹੁੰਚ ਹੈ। ਤੇਰੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਅਸੀਂ ਸਰੀਰ ਕਰਕੇ ਤੇਰੇ ਤੱਕ ਨਹੀਂ ਪਹੁੰਚ ਸਕਦੇ। ਸੁਰਤ ਕਰਕੇ ਤਾਂ ਸੰਤ ਮਹਾਤਮਾ ਪਹੁੰਚਦੇ ਨੇ, ਪਰ ਇੰਦਰੀਆਂ ਕਰਕੇ, ਸਰੀਰ ਕਰਕੇ ਤੇਰੇ ਤੱਕ ਕੋਈ ਨਹੀਂ ਪਹੁੰਚ ਸਕਦਾ। ਇਸ ਲਈ ਤੂੰ ਅਪਹੁੰਚ ਹੈ। ਅਗੰਭ ਹੈ, ਅਪਹੁੰਚ ਹੈ, ਅਸੰਭ ਹੈ, ਆਪਣੇ ਆਪ ਤੋਂ ਪ੍ਰਕਾਸ਼ ਵਾਲਾ ਹੈ। ਤੈਨੂੰ ਕਿਸੇ ਤੋਂ ਪ੍ਰਕਾਸ਼ ਦੀ ਲੋੜ ਨਹੀਂ, ਤੂੰ ਤੇ ਆਪ ਹੀ ਪ੍ਰਕਾਸ਼ ਹੈ। ਤਾਂ ਗੁਰਬਾਣੀ ਜੋਤ ਸਰੂਪ, ਪ੍ਰਕਾਸ਼ ਸਰੂਪ। ਪਰਮਾਤਮਾ ਪ੍ਰਕਾਸ਼ ਸਰੂਪ ਹੈ। ਪਰਮਾਤਮਾ ਤੂੰ ਪ੍ਰਕਾਸ਼ ਸਰੂਪ ਹੈ। ਅਗੰਭ ਹੈ, ਤੂੰ ਅਪਹੁੰਚ ਹੈ। ਅਨੀਲ ਹੈ, ਨੀਲ ਰੰਗ ਨੂੰ ਕਹਿੰਦੇ ਨੇ। ਅਨੀਲ ਜਿਹਦਾ ਕੋਈ ਰੰਗ ਨਹੀਂ ਹੈ। ਅਨੀਲ ਹੈ, ਤੂੰ ਰੰਗ ਤੋਂ ਬਿਨਾਂ ਹੈ। ਅਨਾਦ ਹੈ, ਅਨਾਦ ਅਨਆਦ, ਤੇਰਾ ਕੋਈ ਆਰੰਭ ਨਹੀਂ ਹੈ। ਤੂੰ ਆਰੰਭ ਤੋਂ ਰਹਿਤ ਹੈ। ਅਨੀਲ ਹੈ, ਰੰਗ ਤੋਂ ਰਹਿਤ ਹੈ। ਅਗੰਭ ਹੈ, ਅਪਹੁੰਚ ਹੈ। ਅਸੰਭ ਹੈ, ਆਪਣੇ ਆਪ ਤੋਂ ਪ੍ਰਕਾਸ਼ ਵਾਲਾ ਹੈ। ਭਾਵ ਹੈ ਪਰਮਾਤਮਾ ਤੂੰ ਪ੍ਰਕਾਸ਼ ਸਰੂਪ ਹੈ। ਅਗੰਭ ਹੈ, ਤੂੰ ਅਪਹੁੰਚ ਹੈ। ਅਨੀਲ ਹੈ, ਤੂੰ ਰੰਗ ਤੋਂ ਰਹਿਤ ਹੈ। ਅਨਾਦ ਹੈ, ਤੂੰ ਆਦ ਤੋਂ ਰਹਿਤ ਹੈ। ਤੇਰਾ ਕੋਈ ਆਦ ਨਹੀਂ, ਆਰੰਭ ਨਹੀਂ। ਅੱਗੇ ਕਹਿੰਦੇ ਅਨਿਤ ਹੈ, ਸੁਨਿਤ ਹੈ, ਆਜ਼ਾਦ ਹੈ, ਆਜ਼ਾਦ ਹੈ। ਨਿਤ ਹੁੰਦਾ ਸਮਾਂ, ਅਨਿਤ ਹੈ, ਤੂੰ ਸਮੇਂ ਤੋਂ ਰਹਿਤ ਹੈ। ਭਾਵ ਤੇਰੇ ਤੇ ਸਮੇਂ ਦਾ ਅਸਰ ਨਹੀਂ ਹੁੰਦਾ, ਸਾਡੇ ਤੇ ਸਮੇਂ ਦਾ ਅਸਰ ਹੈ। ਬੱਚੇ, ਫਿਰ ਜਵਾਨ, ਫਿਰ ਬੁੱਢੇ, ਫਿਰ ਮਰ ਜਾਣਗੇ। ਪਰਮਾਤਮਾ ਦੇ ਸਮੇਂ ਦਾ ਅਸਰ ਹੀ ਨਹੀਂ ਹੁੰਦਾ। ਇਸ ਲਈ ਜਿਨ੍ਹਾਂ ਲੋਕਾਂ ਦੀ ਸਮਾਧੀ ਲੱਗਦੀ ਹੈ ਉਹਨਾਂ ਲਈ ਵੀ ਸਮਾਂ ਖਤਮ ਹੋ ਜਾਂਦਾ ਹੈ। ਜਿੰਨਾ ਸਮਾਂ ਸਮਾਧੀ ਲੱਗੀ ਰਹਿੰਦੀ ਹੈ, ਐਂ ਸਮਝੋ ਸਮਾਂ ਰੁਕ ਗਿਆ ਹੈ। ਮੰਨ ਲਓ 7 ਵਜੇ ਸਮਾਧੀ ਲੱਗੀ ਹੈ, ਸਮਝੋ ਤੁਹਾਡੀ ਘੜੀ 7 'ਤੇ ਰੁਕ ਗਈ ਹੈ। ਟਾਈਮ ਵੀ ਰੁਕ ਗਿਆ, ਡੇਟ ਵੀ ਰੁਕ ਗਈ ਹੈ, ਦਿਨ ਵੀ ਰੁਕ ਗਿਆ ਹੈ। 15 ਦਿਨ ਤੁਹਾਡੀ ਸਮਾਧੀ ਲੱਗੀ ਰਹੀ, ਜਦੋਂ ਸਮਾਧੀ ਖੁੱਲ੍ਹੇਗੀ ਉਹੀ 7 ਵਜੇ ਨੇ, ਉਹੀ ਦਿਨ ਹੈ। ਸਮਾਂ ਉੱਥੇ ਰੁਕ ਜਾਂਦਾ ਹੈ।
ਸਮਾਧੀ ਦੇ ਵਿੱਚ ਸਮਾਂ ਰੁਕ ਜਾਂਦਾ ਹੈ। ਸੋ ਪਰਮਾਤਮਾ ਜਿਹੜਾ ਹੈ ਇਸ ਕਰਕੇ ਅਨਿਤ ਹੈ। ਹੇ ਪਰਮਾਤਮਾ ਤੂੰ ਸਮੇਂ ਤੋਂ ਰਹਿਤ ਹੈ, ਤੇਰੇ 'ਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਸੁਨਿਤ ਹੈ, ਤੂੰ ਸਦਾ ਰਹਿਣ ਵਾਲਾ ਹੈ। ਸੁਨਿਤ ਹੈ, ਤੂੰ ਸਦਾ ਰਹਿਣ ਵਾਲਾ ਹੈ। ਅਨਿਤ ਹੈ, ਤੂੰ ਸਮੇਂ ਤੋਂ ਰਹਿਤ ਹੈ, ਭਾਵ ਤੇਰੇ 'ਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਸੁਨਿਤ ਹੈ, ਤੂੰ ਸਦੀਵੀ ਹੈ, ਸਦਾ ਰਹਿਣ ਵਾਲਾ ਹੈ। ਅਜਾਤ ਹੈ, ਤੂੰ ਜਨਮ ਤੋਂ ਰਹਿਤ ਹੈ, ਤੇਰਾ ਜਨਮ ਨਹੀਂ ਹੋਇਆ ਜਿਵੇਂ ਸਾਡਾ ਜਨਮ ਹੋਇਆ ਹੈ। ਇਸ ਲਈ ਪਰਮਾਤਮਾ ਨੂੰ ਅਜਨਮਾ ਵੀ ਲਿਖਿਆ ਹੋਇਆ ਹੈ ਵੀ ਪਰਮਾਤਮਾ ਅਜਨਮਾ ਹੈ, ਉਹ ਪੈਦਾ ਨਹੀਂ ਹੋਇਆ। ਜੇ ਪੈਦਾ ਹੁੰਦਾ ਉਹਦੇ ਕੋਲ ਮਾਂ ਪਿਓ ਹੋਣਾ ਸੀ। ਪਰਮਾਤਮਾ ਪੈਦਾ ਨਹੀਂ ਹੋਇਆ, ਉਹ ਅਜਨਮਾ ਹੈ, ਉਹ ਅਜਾਤ ਹੈ, ਜਨਮ ਤੋਂ ਰਹਿਤ ਹੈ, ਆਜ਼ਾਦ ਹੈ। ਉਹ ਕਿਸੇ ਦਾ ਗੁਲਾਮ ਨਹੀਂ ਹੈ। ਅਸੀਂ ਤਾਂ ਧਿਰ ਦੇ ਗੁਲਾਮ ਹਾਂ। ਹੋਰ ਨਹੀਂ ਤਾਂ ਅਸੀਂ ਸਰਕਾਰ ਦੇ ਗੁਲਾਮ ਹਾਂ। ਕੋਈ ਕਿਸੇ ਦਾ ਗੁਲਾਮ ਹੈ, ਕੋਈ ਕਿਸੇ ਦਾ ਗੁਲਾਮ ਹੈ। ਪਰਮਾਤਮਾ ਆਜ਼ਾਦ ਹੈ। ਫਿਰ ਸੁਣੋ, ਅਨਿਤ ਹੈ, ਹੇ ਪਰਮਾਤਮਾ ਤੂੰ ਸਮੇਂ ਤੋਂ ਰਹਿਤ ਹੈ। ਸੁਨਿਤ ਹੈ, ਤੂੰ ਸਦਾ ਰਹਿਣ ਵਾਲਾ ਹੈ। ਆਜ਼ਾਦ ਹੈ, ਤੂੰ ਜਨਮ ਤੋਂ ਰਹਿਤ ਹੈ। ਆਜ਼ਾਦ ਹੈ, ਤੂੰ ਆਜ਼ਾਦ ਹੈ, ਸਵਤੰਤਰ ਹੈ। ਭਾ ਤੂੰ ਕਿਸੇ ਦੇ ਅਧੀਨ ਨਹੀਂ ਹੈ। ਅੱਗੇ ਕਹਿੰਦੇ ਚਰਪਟ ਛੰਦ ਤਪ ਪ੍ਰਸਾਦ। ਛੰਦ ਦਾ ਨਾਂ ਹੈ ਚਰਪਟ ਛੰਦ। ਤਪ ਪ੍ਰਸਾਦ ਦਾ ਮਤਲਬ ਹੈ ਤੇਰੀ ਕਿਰਪਾ ਨਾਲ। ਹੇ ਪਰਮਾਤਮਾ, ਦਸਮ ਪਾਤਸ਼ਾਹ ਕਹਿੰਦੇ ਹੇ ਪਰਮਾਤਮਾ ਤੇਰੀ ਕਿਰਪਾ ਦੇ ਨਾਲ ਇਹ ਮੈਂ ਚਰਪਟ ਛੰਦ ਲਿਖਣ ਲੱਗਾ। ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ। ਹੰਤਾ, ਸਰਬੰਗ ਹੰਤਾ, ਤੂੰ ਸਾਰਿਆਂ ਨੂੰ ਮਾਰਨ ਵਾਲਾ ਹੈ। ਸਰਬੰਗ ਗੰਤਾ, ਗੰਤਾ ਦੇ ਦੋ ਅਰਥ ਨੇ, ਇੱਕ ਹੈ ਪਹੁੰਚਣ ਵਾਲਾ, ਦੂਜਾ ਮੁਕਤੀ ਦੇਣ ਵਾਲਾ। ਇੱਥੇ ਪਹੁੰਚਣ ਵਾਲੇ ਤੋਂ ਭਾਵ ਹੈ ਸਰਬੰਗ ਗੰਤਾ, ਤੂੰ ਸਾਰਿਆਂ ਤੱਕ ਪਹੁੰਚ ਸਕਦਾ ਹੈ, ਤੂੰ ਸਭ ਥਾਵਾਂ 'ਤੇ ਪਹੁੰਚਣ ਵਾਲਾ ਹੈ। ਸਰਬੰਗ ਖਿਆਤਾ, ਤੂੰ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਖਿਆਤਾ ਜਿਹੜਾ ਪ੍ਰਕਾਸ਼ ਦਿੰਦਾ। ਹੇ ਪਰਮਾਤਮਾ ਤੂੰ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਸਰਬੰਗ ਗਿਆਤਾ, ਤੂੰ ਸਾਰਿਆਂ ਨੂੰ ਜਾਣਨ ਵਾਲਾ ਹੈ। ਪਰਮਾਤਮਾ ਇਸ ਲਈ ਜਾਣੀ ਜਾਣੇ ਜੀ। ਸਰਬੰਗ ਗਿਆਤਾ, ਤੂੰ ਸਾਰਿਆਂ ਨੂੰ ਜਾਣਦਾ ਹੈ। ਸਰਬੰਗ ਖਿਆਤਾ, ਤੂੰ ਸਭ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਸਰਬੰਗ ਗੰਤਾ, ਤੂੰ ਸਭ ਥਾਵਾਂ 'ਤੇ ਜਾਣ ਵਾਲਾ ਹੈ, ਪਹੁੰਚਣ ਵਾਲਾ ਹੈ। ਸਰਬੰਗ ਹੰਤਾ, ਤੂੰ ਸਾਰਿਆਂ ਨੂੰ ਮਾਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਹੰਤਾ ਹੁੰਦਾ ਜਿਹੜਾ ਦੂਜੇ ਨੂੰ ਮਾਰੇ, ਮਾਰਨ ਵਾਲਾ। ਗੰਤਾ ਪਹੁੰਚਣ ਵਾਲਾ। ਖਿਆਤਾ ਪ੍ਰਕਾਸ਼ ਕਰਨ ਵਾਲਾ। ਗਿਆਤਾ ਜਾਣਕਾਰ ਜਾਣੂ, ਜਿਹਨੂੰ ਸਭ ਦਾ ਗਿਆਨ ਹੈ, ਜੋ ਸਭ ਨੂੰ ਜਾਣਦਾ ਹੈ। ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ। ਸਰਬੰਗ ਹਰਤਾ, ਹੰਤਾ ਅਤੇ ਹਰਤਾ ਇੱਕੋ ਹੀ ਗੱਲ ਹੈ। ਸਰਬੰਗ ਹਰਤਾ, ਤੂੰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਸਰਬੰਗ ਕਰਤਾ, ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਸਰਬੰਗ ਪ੍ਰਾਣੰਗ, ਤੂੰ ਸਾਰਿਆਂ ਦੀ ਜਿੰਦ ਜਾਨ ਹੈ। ਸਰਬੰਗ ਤ੍ਰਾਣੰਗ, ਤੂੰ ਸਭ ਦੀ ਤਾਕਤ ਹੈ। ਤ੍ਰਾਣ ਤਾਕਤ ਨੂੰ ਕਹਿੰਦੇ, ਪ੍ਰਾਣ ਜਿੰਦ ਨੂੰ ਕਹਿੰਦੇ। ਪ੍ਰਾਣ ਜੀ ਪ੍ਰਾਣ ਨਿਕਲ ਗਏ, ਤਾਂ ਮਰ ਗਿਆ ਹੋ। ਫਿਰ ਦੇਖੋ ਸਰਬੰਗ ਹਰਤਾ, ਤੂੰ ਸਾਰਿਆਂ ਨੂੰ ਮਾਰਨ ਵਾਲਾ ਹੈ। ਸਰਬੰਗ ਕਰਤਾ, ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਸਰਬੰਗ ਪ੍ਰਾਣੰਗ, ਤੂੰ ਸਾਰਿਆਂ ਦੇ ਪ੍ਰਾਣ ਹੈ, ਸਾਰਿਆਂ ਦੀ ਜਿੰਦ ਜਾਨ ਹੈ। ਸਰਬੰਗ ਤ੍ਰਾਣੰਗ,
ਤੂੰ ਸਾਰਿਆਂ ਨੂੰ ਤਾਕਤ ਦੇਣ ਵਾਲਾ ਹੈ। ਅੱਗੇ ਕਹਿੰਦੇ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ। ਸਰਬੰ ਕਰਮੰ, ਇਹ ਪਰਮਾਤਮਾ ਤੂੰ ਸਾਰੇ ਕਰਮਾਂ ਦੇ ਵਿੱਚ ਹੈ। ਇਹ ਨਹੀਂ ਤੂੰ ਕਿਸੇ ਕਰਮ 'ਚ ਨਹੀਂ ਹੈ। ਜੋ ਵੀ ਅਸੀਂ ਕਰਮ ਕਰ ਰਹੇ ਹਾਂ ਪਰਮਾਤਮਾ ਦੇ ਵਿੱਚ ਹੈ, ਭਾਵ ਉਹ ਸਾਡੇ ਕਰਮਾਂ ਨੂੰ ਜਾਣਦਾ ਹੈ। ਸਰਬੰ ਕਰਮੰ, ਤੂੰ ਸਾਰੇ ਕਰਮਾਂ ਦੇ ਵਿੱਚ ਹੈ। ਸਰਬੰ ਧਰਮੰ, ਤੂੰ ਸਾਰੇ ਧਰਮਾਂ ਦੇ ਵਿੱਚ ਹੈ। ਸਰਬੰ ਜੁਗਤ, ਤੂੰ ਸਾਰਿਆਂ ਦੇ ਨਾਲ ਜੁੜਿਆ ਹੋਇਆ ਹੈ। ਸਰਬੰ ਮੁਕਤ, ਤੇ ਤੂੰ ਸਾਰਿਆਂ ਤੋਂ ਨਿਰਲੇਪ ਹੈ, ਮੁਕਤ ਹੈ। ਤੂੰ ਸਾਰਿਆਂ ਤੋਂ ਨਿਰਲੇਪ ਹੈ। ਫਿਰ ਦੇਖੋ ਸਰਬੰ ਕਰਮੰ, ਹੈ ਪਰਮਾਤਮਾ ਤੂੰ ਸਾਰੇ ਕਰਮਾਂ ਦੇ ਵਿੱਚ ਹੈ। ਸਰਬੰ ਧਰਮੰ, ਤੂੰ ਸਾਰੇ ਧਰਮਾਂ ਦੇ ਵਿੱਚ ਹੈ। ਸਰਬੰ ਜੁਗਤ, ਤੂੰ ਸਾਰਿਆਂ ਨਾਲ ਜੁੜਿਆ ਹੋਇਆ ਹੈ। ਸਰਬੰ ਮੁਕਤ, ਅਤੇ ਤੂੰ ਸਾਰਿਆਂ ਤੋਂ ਮੁਕਤ ਹੈ, ਭਾਵ ਨਿਰਲੇਪ ਹੈ। ਰਸਾਵਲ ਛੰਦ ਤਪ ਪ੍ਰਸਾਦ। ਨਮੋ ਨਰਕ ਨਾਸੇ, ਨਮੋ ਮੈਨੇ ਨਮਸਕਾਰ ਹੈ। ਨਰਕ ਨਾਸੇ, ਹੇ ਨਰਕਾਂ ਦੇ ਨਾਸ਼ ਕਰਨ ਵਾਲੇ, ਤੈਨੂੰ ਨਮਸਕਾਰ ਹੈ। ਨਰਕ ਨਾਸੇ, ਨਰਕਾਂ ਨੂੰ ਨਾਸ਼ ਕਰਨ ਵਾਲਾ। ਹੇ ਨਰਕਾਂ ਨੂੰ ਨਾਸ਼ ਕਰਨ ਵਾਲੇ, ਤੈਨੂੰ ਨਮਸਕਾਰ ਹੈ। ਸਦੈਵੰ ਪ੍ਰਕਾਸ਼ੇ, ਪ੍ਰਕਾਸ਼ ਦਾ ਪ੍ਰਕਾਸ਼ ਕਰਨ ਵਾਲਾ, ਤੂੰ ਸਦਾ ਹੀ ਪ੍ਰਕਾਸ਼ ਕਰਨ ਵਾਲਾ ਹੈ। ਹੇ ਪਰਮਾਤਮਾ ਤੂੰ ਸਦਾ ਹੀ ਪ੍ਰਕਾਸ਼ ਕਰਨ ਵਾਲਾ ਹੈ, ਚਾਨਣ ਦੇਣ ਵਾਲਾ ਹੈ। ਅਨੰਗੰ ਸਰੂਪੇ, ਤੇਰਾ ਜਿਹੜਾ ਸਰੂਪ ਹੈ ਨਾ ਉਹਦਾ ਕੋਈ ਅੰਗ ਨਹੀਂ ਹੈ। ਅਨੰਗ ਅਨਅੰਗ, ਤੇਰਾ ਕੋਈ ਅੰਗ ਨਹੀਂ ਹੈ। ਸਾਡਾ ਤਾਂ ਮੂੰਹ ਹੈ, ਬਾਹਾਂ ਨੇ, ਲੱਤਾਂ ਨੇ। ਪਰਮਾਤਮਾ ਦਾ ਕੋਈ ਅੰਗ ਨਹੀਂ, ਕਿਉਂ ਪਰਮਾਤਮਾ ਸਰੀਰ ਹੀ ਨਹੀਂ। ਅੰਗ ਤੇ ਸਰੀਰ ਦੇ ਹੁੰਦੇ ਨੇ, ਅਤੇ ਪਰਮਾਤਮਾ ਸਰੀਰ ਨਹੀਂ ਹੈ, ਇਸ ਲਈ ਅਨੰਗੰ ਸਰੂਪ ਹੈ। ਹੇ ਪਰਮਾਤਮਾ ਤੇਰਾ ਸਰੂਪ ਅੰਗਾਂ ਤੋਂ ਰਹਿਤ ਹੈ। ਅਭੰਗੰ ਵਿਭੂਤੇ, ਅਭੰਗੰ ਹੁੰਦਾ ਅਵਿਨਾਸ਼ੀ, ਸਦਾ ਰਹਿਣ ਵਾਲਾ। ਭੰਗ ਹੁੰਦਾ ਟੁੱਟਣਾ, ਅਭੰਗੰ ਅਟੁੱਟ, ਜਿਹੜਾ ਨਾ ਟੁੱਟੇ, ਭਾਵ ਜਿਹੜਾ ਸਦਾ ਰਹੇ, ਅਵਿਨਾਸ਼ੀ। ਸਭ ਹੇ ਪਰਮਾਤਮਾ ਤੂੰ ਅਭੰਗੰ ਹੈ, ਤੂੰ ਅਵਿਨਾਸ਼ੀ ਹੈ। ਵਿਭੂਤੇ, ਤੂੰ ਧਨ ਸੰਪਦਾ ਵਾਲਾ ਹੈ, ਭਾਵ ਤੂੰ ਅਮੀਰ ਹੈ। ਕੋਈ ਜੇ ਰੱਬ ਗਰੀਬ ਹੋਵੇ ਤਾਂ ਸਾਨੂੰ ਕੀ ਸਵਾਦ ਦੇਗਾ। ਉਹ ਅਮੀਰ ਹੈ, ਉਹ ਦਾਤਾ ਹੈ। ਇਸ ਲਈ ਗੁਰੂ ਨਾਨਕ ਦੇਵ ਨੇ ਵੀ ਸਿੱਖ ਨੂੰ ਅਮੀਰ ਬਣਾਇਆ ਸੀ। ਕਿ ਤਾਂ ਅਸੀਂ ਆਪਣੀ ਨਲਾਇਕੀ ਕਾਰਨ ਜਿਹੜਾ ਹੈ ਗਰੀਬ ਹੁੰਦੇ ਜਾ ਰਹੇ ਹਾਂ। ਗੁਰੂ ਨਾਨਕ ਜਿਹੜਾ ਸਿੱਖ ਤਿਆਰ ਕੀਤਾ ਅਤੇ ਅਮੀਰ ਹੀ ਤਿਆਰ ਕੀਤਾ। ਮੈਂ ਕਈ ਵਾਰੀ ਬੈਠਾ ਸੋਚਦਾ ਵੀ ਗੁਰੂ ਵਰਗੇ ਸਿੱਖ ਦਸਵੰਧ ਭੇਜੇ ਗੁਰੂ ਘਰ ਨੂੰ। ਦਸਵੰਧ ਮਤਲਬ ਆਪਣੀ ਕਮਾਈ ਦਾ 10ਵਾਂ ਹਿੱਸਾ। ਜੇ ਸੰਤ ਵਰਿਆਮ ਸਿੰਘ ਜੀ ਕਥਾ ਕਰ ਰਹੇ ਸਨ, ਕਈ ਵਾਰੀ ਫਿਰ ਪੁੱਛਦੇ ਪਏ ਕਿ ਬਾਅਦ 'ਚ ਕਿਸੇ ਨੇ ਪੁੱਛਣਾ ਕੁਛ। ਇੱਕ ਜੱਟ ਖੜਾ ਹੋ ਗਿਆ, ਕਹਿੰਦੇ ਤੁਸੀਂ ਕਹਿੰਦੇ ਦਸਵੰਧ ਕੱਢਣਾ ਚਾਹੀਦਾ ਹੈ। ਮੰਨ ਲਓ ਮੇਰੀ 100 ਬੋਰੀ ਕਣਕ ਹੋਈ ਹੈ, ਕੀ ਮੈਂ 10 ਬੋਰੀਆਂ ਦਾਨ ਕਰਾਂ? ਉਹ ਕਹਿੰਦੇ ਨਹੀਂ ਭਾਈ, ਹੋ ਸਕਦਾ 100 ਬੋਰੀ ਕਣਕ ਲਈ ਤੇਰਾ 60 ਬੋਰੀ ਦੇ ਖਰਚੇ ਹੀ ਆ ਗਿਆ ਹੋਵੇ। ਹਰ ਖਰਚਾ ਵੀ ਤਿਆਰ। 60 ਬੋਰੀਆਂ ਮੰਨ ਲਓ ਤੇਰਾ ਖਰਚਾ ਹੀ ਆ ਗਿਆ, ਬਾਕੀ ਰਹੇ 40 ਬੋਰੀਆਂ। 40 ਬੋਰੀਆਂ ਤੂੰ ਦਸਵੰਧ ਦੇਣਾ, 4 ਬੋਰੀਆਂ ਸਾਰਿਆਂ 'ਚੋਂ ਨਹੀਂ ਦੇਣਾ। ਹੁਣ ਦੁਕਾਨਦਾਰ ਹੈ, ਜੋ ਬੱਚਤ ਹੈ ਉਸ ਦੇ ਵਿੱਚ ਉਹਨੇ ਦਸਵੰਧ ਦੇਣਾ, ਟੋਟਲ ਇਨਕਮ 'ਚੋਂ ਨਹੀਂ। ਮੰਨ ਲਓ ਉਹਨੇ 100 ਕਿਲੋ ਬਰਫੀ ਵੇਚੀ ਹੈ। ਹੁਣ ਬਰਫੀ ਬਣਾਉਣ 'ਤੇ ਵੀ ਤਾਂ ਖਰਚਾ ਹੈ,
ਵੇਚਿਆ ਹੈ, ਉਹ ਜਿੰਨਾ ਉਹਦਾ ਪ੍ਰੋਫਿਟ ਹੈ, ਲਾਭ ਹੈ, ਉਹਦੇ ਵਿੱਚ ਉਹਨੇ ਜਿਹੜਾ ਦਸਵੰਧ ਹੈ ਉਹ ਗੁਰੂ ਘਰ ਨੂੰ ਦੇਣਾ ਹੈ। ਤਾਂ ਮੈਂ ਤਾਂ ਸ਼ੁਰੂ ਸੋਚਦਾ ਸੀ ਕਿ ਹੁਣ ਜੇ ਸਿੱਖ ਗਰੀਬ ਹੋਏਗਾ, ਉਹਦੇ ਕੋਲ ਤਾਂ ਆਪ ਹੀ ਖਾਣ ਨੂੰ ਕੁਛ ਨਹੀਂ ਹੋਇਆ, ਗੁਰੂ ਨੂੰ ਕੀ ਦੇਗਾ? ਨਹੀਂ, ਗੁਰੂ ਮਹਾਰਾਜ ਜਾਣੀ ਜਾਣਦੇ ਨੇ ਕਿ ਜਿਹੜਾ ਬੰਦਾ ਮੇਰੀ ਸਿੱਖਿਆ 'ਤੇ ਚੱਲੇਗਾ, ਸਿੱਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਨਾਨਕ ਦੀ ਸਿੱਖਿਆ 'ਤੇ ਅਮਲ ਕਰਨ ਨੂੰ ਕਹਿੰਦਾ ਸਿੱਖ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੇ ਵਿਚਾਰਾਂ ਨੂੰ ਸਿੱਖ ਲੈਣਾ ਹੀ ਸਿੱਖੀ ਹੈ। ਜੋ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨਦਾ ਹੈ ਉਹਨੂੰ ਕਹਿੰਦੇ ਨੇ ਸਿੱਖ। ਅਤੇ ਮੈਂ ਹੁਣ ਵੀ ਤਾਬਿਆ ਬੈਠਾ ਆਪ ਜੀ ਨੂੰ ਕਹਿਣਾ ਕਿ ਜਿਹੜਾ ਬੰਦਾ ਵੀ ਗੁਰੂ ਨਾਨਕ ਦੀ ਗੱਲ ਮੰਨੇਗਾ ਉਹ ਗਰੀਬ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਜੇ ਸਿੱਖ ਗੁਰੂ ਨਾਨਕ ਦੀ ਗੱਲ ਮੰਨਣ ਲੱਗ ਜਾਣ, ਇਹ ਰਾਤੇ ਰਾਤੀ ਸਾਰੇ ਨਸ਼ੇ ਛੱਡ ਜਾਣੇ, ਕਿਆ ਸ਼ਰਾਬ, ਕਿਆ ਭੁੱਕੀ, ਕਿਆ ਅਫੀਮ, ਕਿਆ ਚਿੱਟਾ, ਜੋ ਕੁਛ ਵੀ ਹੈ। ਅਤੇ ਜਦੋਂ ਇਹ ਸਾਰਾ ਕੁਝ ਛੱਡ ਕੇ ਆਪੇ ਅਮੀਰ ਹੋ ਜਾਣਗੇ, ਆਪੇ ਅਮੀਰ ਹੋ ਜਾਣਗੇ। ਸੋ ਇਸ ਲਈ ਸਿੱਖ ਅਤੇ ਅਮੀਰ ਹੀ ਗੁਰੂ ਨਾਨਕ ਨੇ ਤਿਆਰ ਕੀਤਾ ਸੀ, ਔਰ ਆਮ ਤੌਰ 'ਤੇ ਹੈ ਵੀ ਅਮੀਰ। ਅਤੇ ਜਿਹੜੇ ਗਰੀਬ ਹੋ ਗਏ ਨੇ ਉਹ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਅਸੀਂ ਗੁਰੂ ਨਾਨਕ ਦੀ ਕਿਹੜੀ ਗੱਲ ਨਹੀਂ ਮੰਨੀ ਜਿਸ ਕਰਕੇ ਅਸੀਂ ਗਰੀਬ ਹੋ ਗਏ ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਨਮੋ ਨਰਕ ਨਾਸੇ, ਹੇ ਨਰਕਾਂ ਦੇ ਨਾਸ਼ ਕਰਨ ਵਾਲੇ, ਤੈਨੂੰ ਨਮਸਕਾਰ ਹੈ। ਸदैवं ਪ੍ਰਕਾਸ਼ੇ, ਤੂੰ ਸਦਾ ਹੀ ਪ੍ਰਕਾਸ਼ ਕਰਨ ਵਾਲਾ ਹੈ। ਅਨੰਗੰ ਸਰੂਪੇ, ਤੇਰਾ ਜਿਹੜਾ ਸਰੂਪ ਹੈ ਉਹਦਾ ਕੋਈ ਅੰਗ ਨਹੀਂ, ਤੂੰ ਅੰਗਾਂ ਤੋਂ ਰਹਿਤ ਹੈ। ਅਭੰਗੰ, ਤੂੰ ਟੁੱਟਣ ਤੋਂ ਰਹਿਤ ਹੈ, ਭਾਵ ਤੂੰ ਅਵਿਨਾਸ਼ੀ ਹੈ। ਵਿਭੂਤੇ, ਤੂੰ ਅਮੀਰ ਹੈ, ਬਹੁਤ ਧਨ ਸੰਪਦਾ ਵਾਲਾ ਹੈ। ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ। ਪਰਮਾਥੰ, ਪਰਮਾਥ ਹੁੰਦਾ ਚੰਗੀ ਤਰ੍ਹਾਂ ਮਾਰਨਾ, ਨਾਸ਼ ਕਰਨਾ। ਜਿਹੜੇ ਲੋਕਾਂ ਨੂੰ ਮਾਰਦੇ ਹਨ, ਨਾਸ਼ ਕਰਦੇ ਹਨ, ਤੂੰ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਤੂੰ ਨਾਸ਼ ਕਰਨ ਵਾਲਿਆਂ ਨੂੰ ਨਾਸ਼ ਕਰਨ ਵਾਲਾ ਹੈ, ਭਾਵ ਤੂੰ ਦੁਸ਼ਮਣਾਂ ਦਾ ਦੁਸ਼ਮਣ ਹੈ, ਤੂੰ ਵੈਰੀਆਂ ਦਾ ਵੈਰੀ ਹੈ। ਆ ਭਾਵ ਹੈ ਪਰਮਾਥੰ ਪਰਮਾਥੇ, ਤੂੰ ਨਾਸ਼ ਕਰਨ ਵਾਲਿਆਂ ਨੂੰ ਨਾਸ਼ ਕਰਨ ਵਾਲਾ ਹੈ। ਸਦਾ ਸਰਬ ਸਾਥੇ, ਤੂੰ ਸਦਾ ਹੀ ਸਾਰਿਆਂ ਦੇ ਨਾਲ ਹੈ। ਸਾਥੇ ਨਾਲ, ਸਦਾ ਸਰਬ ਸਾਥੇ, ਤੂੰ ਸਦਾ ਹੀ ਸਾਰਿਆਂ ਦੇ ਨਾਲ ਹੈ। ਅਗਾਧ ਸਰੂਪੇ, ਅਗਾਧ ਹੁੰਦਾ ਅਥਾਹ, ਤੇਰਾ ਸਰੂਪ ਅਥਾਹ ਹੈ ਜਿਹਦਾ ਕੋਈ ਅੰਤ ਹੀ ਨਹੀਂ ਹੈ, ਬੇਅੰਤ ਹੈ। ਅਗਾਧ ਸਰੂਪੇ, ਤੇਰਾ ਸਰੂਪ ਅਥਾਹ ਹੈ। ਨਿਰਬਾਧ ਵਿਭੂਤੇ, ਨਿਰਬਾਧ ਹੁੰਦਾ ਬਿਨਾਂ ਵਿਘਨ ਦੇ, ਬਾਧ ਬਾਧਾ, ਰੁਕਾਵਟ, ਵਿਘਨ। ਨਿਰਬਾਧ ਜਿਹੜਾ ਬਿਨਾਂ ਵਿਘਨ ਤੋਂ ਹੈ। ਵਿਭੂਤੇ, ਧਨ ਸੰਪਦਾ ਵਾਲਾ। ਤੂੰ ਵਿਘਨਾਂ ਤੋਂ ਰਹਿਤ ਹੈ, ਤੂੰ ਧਨ ਸੰਪਦਾ ਵਾਲਾ ਹੈ। ਤੇਰਾ ਸਰੂਪ ਅਗਾਧ ਅਥਾਹ ਹੈ। ਸਦਾ ਸਰਬ ਸਾਥੇ, ਤੂੰ ਸਦਾ ਹੀ ਸਾਰਿਆਂ ਦੇ ਨਾਲ ਹੈ। ਪਰਮਾਥੰ ਪਰਮਾਥੇ, ਤੂੰ ਨਾਸ਼ ਕਰਨ ਵਾਲਿਆਂ ਦਾ ਨਾਸ਼ ਕਰਨ ਵਾਲਾ ਹੈ। ਤੂੰ ਨਾਸ਼ ਕਰਨ ਵਾਲਿਆਂ ਦਾ ਨਾਸ਼ ਕਰਨ ਵਾਲਾ ਹੈ। ਤੂੰ ਸਦਾ ਸਾਰਿਆਂ ਦੇ ਨਾਲ ਹੈ। ਤੇਰਾ ਸਰੂਪ ਅਗਾਧ ਅਥਾਹ ਹੈ। ਨਿਰਬਾਧ, ਤੂੰ ਬਿਨਾਂ ਵਿਘਨ ਤੋਂ ਹੈ, ਵਿਘਨ ਤੋਂ ਰਹਿਤ ਹੈ। ਵਿਭੂਤੇ, ਤੂੰ ਬਹੁਤ ਧਨ ਸੰਪਦਾ ਵਾਲਾ ਹੈ, ਬਹੁਤ ਅਮੀਰ ਹੈ। ਅਨੰਗੀ ਅਨਾਮੇ, ਤਿਰਭੰਗੀ ਤਿਰਕਾਮੇ,
ਨਿਰਭੰਗੀ ਸਰੂਪੇ ਸਰਬੰਗੀ ਅਨੂਪੇ। ਅਨੰਗੀ, तेरा कोई अंग नहीं है, तू अंगां तो रहत है। अनामे, तू नाम तो रहत है। परमात्मा का कोई विशेष नाम नहीं है। ਉਹਦੇ ਕਰਮ ਵੇਖੇ ਉਹਦਾ ਨਾਮ ਰੱਖ ਲੈਣ, ਉਹਦਾ ਕੋਈ ਵਿਸ਼ੇਸ਼ ਨਾਮ ਨਹੀਂ ਹੈ। ਅਨੰਗੀ, हे परमात्मा तू बिना अंगां तो है। अनामे, तू बिना नाम तो है। त्रिभंगी, ਤੂੰ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ ਹੈ। ਤਿੰਨ ਨੂੰ ਕਹਿੰਦਾ, ਤਿੰਨ ਲੋਕ, ਇਹ 1 2 3 ਐ ਨਹੀਂ, ਬੰਦਿਆਂ ਨੂੰ ਨਹੀਂ ਕਹਿਣਾ। 3 ਲੋਕ, ਮਾਤ ਲੋਕ, ਪਾਤਾਲ ਲੋਕ, ਸਵਰਗ ਲੋਕ, ਆਕਾਸ਼ ਲੋਕ ਜਿਹਨੂੰ ਕਹਿੰਦੇ। ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ। ਤੂੰ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ ਤ੍ਰਿਭੰਗੀ। ਤ੍ਰਿਕਾਮੇ, ਤੂੰ ਤਿੰਨਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ। ਕਾਮ, ਕਾਮਨਾ, ਇੱਛਾ। ਤ੍ਰਿਕਾਮੇ, ਤਿੰਨਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ। ਇਹ ਨਹੀਂ ਕਿ ਅਸੀਂ ਹੀ ਉਸ ਤੋਂ ਕੁਛ ਮੰਗਦੇ ਹਾਂ। ਜੋ ਪਤਾਲ 'ਚ ਰਹਿੰਦੇ ਉਹ ਵੀ, ਜੋ ਸਾਡੇ ਤੋਂ ਉੱਪਰ ਧਰਤੀਆਂ ਨੇ ਉਹ ਵੀ, ਜਿਹੜੇ ਸਾਡੇ ਬਰਾਬਰ ਨੇ ਉਹ ਵੀ। ਤ੍ਰਿਭੰਗੀ ਹੁੰਦਾ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ। ਤ੍ਰਿਕਾਮੇ, ਤਿੰਨਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ। ਨਿਰਭੰਗੀ ਸਰੂਪੇ, ਤੂੰ ਨਾਸ਼ ਤੋਂ ਰਹਿਤ ਹੈ, ਭਾਵ ਅਵਿਨਾਸ਼ੀ ਹੈ। ਨਿਰਭੰਗੀ, ਤੇਰਾ ਆਪਣਾ ਕੋਈ ਨਾਸ਼ ਨਹੀਂ, ਤੂੰ ਨਾਸ਼ ਤੋਂ ਰਹਿਤ ਹੈ। ਸਰਬੰਗੀ ਅਨੂਪੇ, ਸਰਬੰਗੀ ਹੈ, ਤੂੰ ਸਾਰੇ ਅੰਗਾਂ ਵਾਲਾ ਹੈ। ਅਨੂਪੇ ਹੈ, ਤੂੰ ਉਪਮਾ ਤੋਂ ਰਹਿਤ ਹੈ। ਦੇਖੋ ਕਿਤੇ ਲਿਖਿਆ ਅਨੰਗੀ ਹੈ, ਤੇਰਾ ਕੋਈ ਅੰਗ ਨਹੀਂ। ਕਿਤੇ ਲਿਖਿਆ ਸਰਬੰਗੀ ਹੈ, ਸਾਰੇ ਅੰਗ ਨੇ। ਦੋ ਪਰਮਾਤਮਾ ਦੇ 2 ਸਰੂਪ ਨੇ, ਇੱਕ ਨਿਰਗੁਣ, ਇੱਕ ਸਰਗੁਣ। ਸਰਗੁਣ ਸਰੂਪ ਆਪਾਂ ਬੈਠੇ ਹਾਂ, ਆਪਣੇ ਅੰਗ ਨੇ ਨਾ। ਜਦੋਂ ਪਰਮਾਤਮਾ ਸਰਗੁਣ ਸਰੂਪ ਹੈ ਉਦੋਂ ਤੇ ਉਹਦੇ ਸਾਰੇ ਅੰਗ ਨੇ। ਜਦੋਂ ਨਿਰਗੁਣ ਸਰੂਪ ਹੈ ਉਦੋਂ ਉਹਦਾ ਕੋਈ ਅੰਗ ਨਹੀਂ ਹੈ। ਉਹ ਕਹਿ ਉਹਨੂੰ ਅਨੰਗੀ। ਜਦੋਂ ਉਹਨੂੰ ਅਨੰਗੀ ਕਿਹਾ ਵੀ ਤੇਰਾ ਕੋਈ ਅੰਗ ਨਹੀਂ ਹੈ, ਇਹਦਾ ਮਤਲਬ ਉਹ ਉਦੋਂ ਨਿਰਗੁਣ ਸਰੂਪ ਹੈ ਉਹਦਾ। ਜਦ ਕਹਿ ਤੂੰ ਸਰਬੰਗੀ ਹੈ ਤਾਂ ਫਿਰ ਜੋ ਕੁਛ ਪਰਮਾਤਮਾ ਨੇ ਬਣਾਇਆ ਹੈ ਇਹ ਸਰਗੁਣ ਸਰੂਪ ਹੈ ਉਹਦਾ। ਅਤੇ ਜੋ ਕੁਛ ਬਣਾਇਆ ਉਹਦੇ ਅੰਗ ਨੇ ਵੀ, ਚਾਹੇ ਕੀੜਾ ਬਣਾਇਆ, ਪੰਛੀ ਬਣਾਇਆ, ਡੰਗਰ ਬਣਾਇਆ, ਬੰਦਾ ਬਣਾਇਆ, ਸਭ ਦੇ ਅੰਗ ਨੇ। ਇਸ ਲਈ ਕਿ ਅਨੰਗੀ ਅਨਾਮੇ, ਤੇਰਾ ਕੋਈ ਅੰਗ ਨਹੀਂ ਹੈ, ਤੇਰਾ ਕੋਈ ਨਾਮ ਨਹੀਂ ਹੈ। ਤ੍ਰਿਭੰਗੀ, ਤੂੰ ਤਿੰਨਾਂ ਭਵਨਾਂ ਨੂੰ, ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ ਹੈ। ਤ੍ਰਿਕਾਮੇ, ਤੂੰ ਤਿੰਨਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਫਿਰ ਦੇਖ ਲਓ, ਇਹ ਪਹਿਲਾਂ ਵੀ 1 2 ਵਾਰੀ ਸ਼ਬਦ ਆਏ ਨੇ। ਤ੍ਰਿਭੰਗੀ, ਤੂੰ ਤਿੰਨਾਂ ਭਵਨਾਂ, ਭਾਵ ਤਿੰਨਾਂ ਲੋਕਾਂ ਦਾ ਨਾਸ਼ ਕਰਨ ਵਾਲਾ ਹੈ। ਤ੍ਰਿਕਾਮੇ, ਤੂੰ ਤਿੰਨਾਂ ਲੋਕਾਂ ਦੀ ਇੱਛਾ ਪੂਰੀ ਕਰਨ ਵਾਲਾ ਹੈ। ਨਿਰਭੰਗੀ ਸਰੂਪੇ, ਤੂੰ ਨਾਸ਼ ਤੋਂ ਰਹਿਤ ਹੈ। ਭੰਗੀ ਹੁੰਦਾ ਨਾਸ਼ ਹੋ ਜਾਣਾ, ਨਿਰਭੰਗੀ ਜਿਹਦਾ ਨਾਸ਼ ਨਾ ਹੋਵੇ, ਜਿਹਨੂੰ ਕਹਿੰਦੇ ਅਵਿਨਾਸ਼ੀ। ਹੈ ਪਰਮਾਤਮਾ ਤੂੰ ਅਵਿਨਾਸ਼ੀ ਹੈ। ਸਰਬੰਗੀ ਅਨੂਪੇ, ਤੇਰੇ ਸਾਰੇ ਅੰਗ ਨੇ, ਤੂੰ ਸਾਰੇ ਅੰਗਾਂ ਵਾਲਾ ਹੈ। ਅਨੂਪੇ, ਤੂੰ ਅਤੀ ਸੁੰਦਰ ਹੈ, ਭਾਵ ਤੇਰੀ ਉਪਮਾ ਨਹੀਂ ਕੀਤੀ ਜਾ ਸਕਦੀ, ਤੇਰੀ ਵਡਿਆਈ ਨਹੀਂ ਕੀਤੀ ਜਾ ਸਕਦੀ, ਤੇਰਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਤੂੰ ਅਨੂਪ ਹੈ। ਅੱਗੇ ਕਹਿੰਦੇ ਨਾ ਪੋਤਰੈ ਨਾ ਪੁੱਤਰ, ਤੇਰਾ ਕੋਈ ਪੋਤਰਾ ਨਹੀਂ ਹੈ, ਤੇਰਾ ਕੋਈ ਪੁੱਤਰ ਨਹੀਂ ਹੈ। ਅੱਗੇ ਬਾਲ ਬੱਚਾ ਵੀ ਕੋਈ ਨਹੀਂ, ਮਾਂ ਪਿਓ ਵੀ ਕੋਈ ਨਹੀਂ, ਬਾਲ ਬੱਚਾ ਵੀ ਕੋਈ ਨਹੀਂ। ਉਂਝ ਦੇਖੋ ਨਾ ਆਪਾਂ ਉਹਦੇ ਸਾਰੇ ਬੱਚੇ ਆ। ਨਾ ਪੋਤਰੈ ਨਾ ਪੁੱਤਰੈ, ਨਾ ਸਤਰੈ ਨਾ ਮਿੱਤਰੈ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ, ਨਾ ਪੋਤਰੈ। ਪਰਮਾਤਮਾ ਦਾ ਕੋਈ ਪੋਤਰਾ ਨਹੀਂ ਹੈ।
ना पुत्र है। हे परमात्मा, तेरा कोई पुत्र नहीं है, न सत्र है, तेरा कोई दुश्मन नहीं है, न मित्र है, तेरा कोई मित्र नहीं है, न तात है, तेरा पिता कोई नहीं, न मात है, तेरी माँ कोई नहीं। तात पिता नु कहना। न तात है, तेरा कोई पिता नहीं है, न मात है, तेरी कोई माँ नहीं है, न जात है, तेरी कोई जात नहीं, न पत है, तेरे कोई पात नहीं, कोई कुल नहीं, अगे कोई तेरी कुल नहीं, कोई खानदान नहीं। पोत्र है, पोतरा जिन्हों कहते हैं, पुत्र है पुत्र, सत्र है दुश्मन, मित्र है मित्र, तात है पिता, मात है माता, जात है जात, पत है पात। अलग है फलानी, कोई जात पात नहीं है। सो हे परमात्मा, तेरा कोई पोतरा नहीं, तेरा कोई पुत्र नहीं, तेरा कोई दुश्मन नहीं, तेरा कोई मित्र नहीं, तेरा बाप नहीं, तेरी माँ नहीं, तेरी कोई जात नहीं, तेरी कोई पात नहीं। निरसाकंग शरीक हैं, अमितो अमीक हैं, सदैवंग प्रभा हैं, अजय हैं अजा हैं। निरसाकंग, तेरा कोई साक नहीं, कोई रिश्तेदार नहीं, कि न माँ है, न बाप है, न भैन, न भरा, न धी है, न पुत्र है, न बापू है, न दादा है, कुछ भी नहीं है। इसे निरसाकंग है। साक रिश्तेदारी कहते ना, ये साकादारी होते रिश्ता। तेरा कोई रिश्तेदार नहीं है, तो निरसाकंग है। शरीक हैं, तेरा कोई शरीक नहीं है, निरसाकंग शरीक हैं। तेरा कोई रिश्तेदार नहीं, तेरा कोई शरीक होंदा बराबर दा। जिवें भरा ने ये शरीक होंदे ने, पिता दी जायदाद दे बराबर दे हकदार ने। जे भैन भी हक मंगे फिर वो भी शरीक हो गई है। आम तौर ते भैणां अपने भरावां तो पिता दा हक नहीं मंगदियां, इसलिए शरीक नहीं हैगी। शरीक जदों भैन हक लै लेगी अपना, फिर जदों कदे मिलन आएगी, जिहो जिहा वो लैके आवेगी ओहो कुछ भरा नूं दे देणगे। पर जदों भैन नहीं कोई हिस्सा लैंदी, फिर जदों भैन आवेगी, भरा ये नहीं उम्मीद करदा ये मेरे लिए की लैके आई है, नहीं, ये भैन है, इनू दे के तोरना है, क्योंकि शरीक नहीं है। इसलिए निरसाकंग शरीक हैं। हे परमात्मा, तेरा कोई रिश्तेदार नहीं, तेरे कोई बराबर दा नहीं है। अमितो, अमित होंदा बेअंत, तो बेअंत हैं। अमीक हैं, तो बहुत गैर गंभीर हैं। और फलाना बंदा बड़ा गहर गंभीर है, तो गहर गंभीर हैं। अमित, मित होंदा जिस जा किसी चीज़ का हद अंत आ जाए। जिवें कहते ये नगर पालिका की इत्थे हद खत्म हुंदी है जी, उदों कि अगली नगर पालिका शुरू हो गई। ये पंजाब की हद शुरू हो गई है, लिखिया आंदा हरियाणे तो जो और चीके तो परले पासे, चीके तो के नवा गांव को आके फिर लिखिया आंदा पंजाब की हद शुरू है, जी आया नूं जी, जी आया नूं कहंदे। वो हरियाणे वाला अपना लिखिया आंदा हरियाणे की हद शुरू है, जी आया नूं जी। एक फॉर्मैलिटियां बन गई। हुण तो कोई जी नहीं कहते, उसे रोक लेंदे, सारे लिख देखते ने भी हाँ कोई है तो नहीं करोने वाला, इनू कोई नहीं जी है हुण रहा। तो जे एक दिल्ली तो बस आ जाए तो उन्होंने तो बुरा हाल है। उन्होंने तो हुंदा भी तो सारे करोने वाले ही आ रहे हैं, बस ये समझते। सो अमितो बेअंत हैं, अमीक हैं, बहुत गहर गंभीर हैं। फिर देखो निरसाकंग शरीक हैं। तेरा कोई रिश्तेदार नहीं, तेरा कोई शरीक बराबर दा नहीं, भाव तेरा कोई बराबर दा रिश्तेदार नहीं है। अमितो अमीक हैं, तू बेअंत हैं, तू बहुत गहर गंभीर हैं। सदैवंग प्रभा है। प्रभा के दो अर्थ ने, जिवें कल प्रभा आया सी, प्रभता वाला,
ਵਡਿਆਈ ਵਾਲਾ, ਸ਼ੋਭਾ ਵਾਲਾ। ਇੱਥੇ ਪ੍ਰਭਾ ਦਾ ਭਾਵ ਹੈ ਪ੍ਰਕਾਸ਼ ਵਾਲਾ। ਸदैवं ਪ੍ਰਭਾ ਹੈ, ਤੂੰ ਤੇ ਸਦਾ ਹੀ ਪ੍ਰਕਾਸ਼ ਵਾਲਾ ਹੈ। ਹੋਰ ਚੀਜ਼ ਦਾ ਪ੍ਰਕਾਸ਼ ਤੇ ਕਦੇ ਹੈ ਤੇ ਕਦੇ ਬੁਝ ਗਿਆ ਦੀਵਾ। ਪਰਮਾਤਮਾ ਸदैवं ਪ੍ਰਭਾ ਹੈ, ਤੂੰ ਸਦਾ ਹੀ ਪ੍ਰਕਾਸ਼ ਵਾਲਾ ਹੈ। ਅਜੈ ਹੈ, ਜੈ ਹੁੰਦਾ ਜਿੱਤਣਾ, ਅਜੈ ਤੂੰ ਅਜਿੱਤ ਹੈ। ਅਜਾ ਹੈ, ਤੂੰ ਜਨਮ ਤੋਂ ਰਹਿਤ ਹੈ। ਇਹ ਗਾਂ ਦਾ ਜਾ ਹੈ ਜੀ, ਪਾਕਿਸਤਾਨ ਕਹਿ ਜੀ ਜਾ ਬੱਚੇ ਨੂੰ ਕਹਿੰਦੇ ਸੀ। ਇਹ ਗਊ ਦਾ ਜਾਇਆ ਜੀ, ਬੱਚੇ ਨੂੰ ਕਹਿੰਦੇ। ਅਜਾ ਜਨਮ ਤੋਂ ਰਹਿਤ ਹੈ। ਫਿਰ ਦੇਖੋ ਸदैवं ਪ੍ਰਭਾ ਹੈ, ਤੂੰ ਸਦਾ ਹੀ ਪ੍ਰਕਾਸ਼ ਵਾਲਾ ਹੈ। ਅਜੈ ਹੈ, ਤੂੰ ਅਜਿੱਤ ਹੈ। ਅਜਾ ਹੈ, ਤੂੰ ਜਨਮ ਤੋਂ ਰਹਿਤ ਹੈ। ਅੱਗੇ ਕਹਿੰਦੇ ਭਗਵਤੀ ਛੰਦ ਤਪ ਪ੍ਰਸਾਦ। ਹੁਣ ਭਗਤੀ ਛੰਦ ਸ਼ੁਰੂ ਹੋ ਰਿਹਾ ਤੇ ਦਸਮ ਪਾਤਸ਼ਾਹ ਨੇ, ਹੇ ਪ੍ਰਮਾਤਮਾ ਤੇਰੀ ਕਿਰਪਾ ਨਾਲ ਮੈਂ ਛੰਦ ਲਿਖਣ ਲੱਗਾ। ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਫਾਰਸੀ ਆਵੇਗੀ ਤਾਂ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਠੀਕ ਉਚਾਰਨੇ। ਟੀਚਰ ਬੱਚੇ ਦੀ ਹਾਜ਼ਰੀ ਲਗਾ ਰਿਹਾ, ਹਾਜ਼ਰੀ ਨਹੀਂ ਹਾਜ਼ਰੀ। ਉੱਥੇ ਹਾਜ਼ਰ ਹੈ, ਗੈਰ ਹਾਜ਼ਰ ਹੈ। ਹਾਜ਼ਰ ਜੇ ਪੈਰ ਬਿੰਦੀ ਨਾ, ਜਿਵੇਂ ਖਜ਼ਾਨਾ ਨਾ ਪਤਾ ਅਗਲੇ ਦੇ ਉਹ ਖਜ਼ਾਨੇ ਗਿਆ ਜੀ। ਫਾਰਸੀ ਨਾ ਹੋਣ ਕਾਰਨ ਠੀਕ ਉਚਾਰਨ ਨਹੀਂ ਪੰਜਾਬੀਆਂ ਦੇ ਕਈ ਸ਼ਬਦਾਂ ਦੇ। ਉਹ ਕਹਿੰਦੇ ਖਜ਼ਾਨੇ ਗਿਆ, ਖਜ਼ਾਨਚੀ ਹੈ ਜੀ, ਹੈ ਖਜ਼ਾਨਾ, ਖਜ਼ਾਨਚੀ। ਖੱਖੇ ਦੇ ਪੈਰ 'ਚ ਬਿੰਦੀ, ਜੱਜੇ ਦੇ ਪੈਰ 'ਚ ਬਿੰਦੀ, ਖਜ਼ਾਨਚੀ, ਖਜ਼ਾਨਾ। ਇਸ ਲਈ ਮੇਰੇ ਪਿਤਾ ਦਾ ਨਾਂ ਖਜ਼ਾਨ ਸਿੰਘ, ਲਿਖਣੇ ਨਹੀਂ ਆਉਂਦਾ ਕਿਸੇ ਨੂੰ, ਖਜ਼ਾਨ ਸਿੰਘ ਪਾ ਦੇਣਗੇ। ਔਰ ਹੈਰਾਨੀ ਦੀ ਗੱਲ ਹੈ ਕਿ ਮੈਂ ਲਿਖ ਕੇ ਦਿੱਤਾ ਹੋਇਆ, ਦੇਖ ਕੇ ਨਹੀਂ ਲਿਖਣਾ ਆਉਂਦਾ। ਪਾਸਪੋਰਟ ਹੀ ਮੇਰਾ ਖਰਾਬ ਕਰਤਾ। ਸਰਟੀਫਿਕੇਟ 'ਤੇ ਖਜ਼ਾਨ ਸਿੰਘ ਹੈ, ਜ਼ੈਡ ਨਾਲ, ਪਾਸਪੋਰਟ 'ਤੇ ਖਜ਼ਾਨ ਸਿੰਘ ਛਾਪਤਾ। ਉਹ ਬਾਹਰ ਜਾਣ 'ਤੇ objection ਲੱਗ ਜਾਂਦਾ ਹੈ। ਸਭ ਵੇਖ ਕੇ ਨਹੀਂ ਲਿਖਣਾ ਆਉਂਦਾ। ਹੈਰਾਨੀ ਦੀ ਗੱਲ ਤਾਂ ਆ। ਚਲੋ ਉਂਝ ਤਾਂ ਕੀ ਲਿਖਣਾ ਆਉਣਾ। ਫਿਰ ਕਿਸੇ ਨੂੰ ਨੌਕਰੀ ਨਹੀਂ ਮਿਲਦੀ। ਮੈਂ ਤੁਹਾਨੂੰ ਆਉਂਦਾ ਕੀ ਹੈ? ਤੁਹਾਨੂੰ ਆਉਂਦਾ ਕੀ ਹੈ? ਤੁਹਾਨੂੰ ਆਉਂਦਾ ਤਾਂ ਹੈ ਨਹੀਂ। ਇੱਕ ਮੁੰਡੇ ਕਹਿ ਲਈ BTech। ਮੈਂ ਤੇਰਾ ਕਿਹੜਾ ਕਾਲਜ ਸੀ? ਫਲਾਣਾ ਸੀ। ਮੈਂ ਲਿਖ ਕੇ ਦਿਖਾ। ਕਾਲਜ ਦੀ ਸਪੈਲਿੰਗ ਨਹੀਂ ਹੈ ਇੰਗਲਿਸ਼। 4 ਸਾਲ ਕਾਲਜ ਲਾਏ ਨੇ ਅਤੇ ਕਾਲਜ ਦੀ ਸਪੈਲਿੰਗ ਨਹੀਂ ਆਏ। ਅਤੇ ਫਿਰ ਕਹੇ ਸਾਨੂੰ ਸਰਕਾਰੀ ਨੌਕਰੀ। ਮੈਂ ਹੋਰ ਕੁਛ ਮਿਲ ਜਾਏ। ਉਹ ਤਾਂ ਬੜੇ ਟੌਪ ਦੇ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ। ਇਹ ਖੋਰ ਮਾਲ ਨੂੰ ਕੋਈ ਨਹੀਂ ਮਿਲਦੀਆਂ ਕਿਤੇ। ਹਨ ਤੁਸੀਂ ਕਹੋਗੇ ਖੋਰ ਕੀ ਹੁੰਦਾ? ਕਦੇ ਕਿਸੇ ਨੇ ਡੰਗਰਾਂ ਨੂੰ ਪੱਠੇ ਖਾਂਦਿਆਂ ਜਾਂ ਪਾਉਂਦਿਆਂ ਦੇਖਿਆ ਹੋਏਗਾ? ਹਰੇ ਪੱਠੇ ਕੁਤਰ ਕੇ ਡੰਗਰਾਂ ਨੂੰ ਚਰੀ ਜਾਂ ਪਾਉਂਦੇ ਨੇ। ਹਾਂਜੀ, ਕੁਤਰ ਕੇ ਪਾਤੇ। ਪਸ਼ੂ ਕੀ ਕਰਦਾ? ਜਿਹੜੇ ਨਰਮ ਪੱਠੇ ਨੇ ਉਹ ਖਾ ਲੈ, ਜਿਹੜੇ ਵਿੱਚ ਡੰਡਲ ਹੁੰਦੇ ਨੇ ਨਾ ਉਹਨੂੰ ਛੱਡ ਦਿੰਦਾ। ਉਹਨੂੰ ਕਹਿੰਦੇ ਖੋਰ। ਸੋ ਬਹੁਤ ਸਾਰੇ ਸਾਡੇ ਵਿਦਿਆਰਥੀ ਖੋਰ ਮਾਲ ਨੇ। ਉਹ ਡੰਡਲ ਜਿਹੇ ਨੇ। ਡੰਡਲਾਂ ਦੇ ਡੰਗਰ ਨਹੀਂ ਖਾਂਦੇ। ਸਰਕਾਰ ਕਿੱਥੋਂ ਲੈ ਗਈ ਉਹਨਾਂ ਨੂੰ? ਸਰਕਾਰ ਕਿੱਥੋਂ ਲੈ ਗਈ? ਇਹ ਤਾਂ ਬੜੀ ਮਿਹਨਤ ਦੀ ਦੌੜ ਹੁੰਦੀ ਹੈ। ਅਤੇ ਮਿਹਨਤ ਪੰਜਾਬ ਦੇ ਲੋਕ ਕਰਦੇ ਨਹੀਂ ਤਾਂ ਥੁੱਕੀ ਵੜੇ ਪਕਾਉਂਦੇ ਨੇ। ਵੜੇ ਤਾਂ ਹੁਣ ਤੇਲ 'ਚ ਹੀ ਪੱਕਣਗੇ, ਥੁੱਕੀ ਥੋੜ੍ਹੇ ਪੱਕਣਗੇ। ਸੋ ਇਸ ਲਈ ਸਤਵੀਂ 'ਚ ਸਾਨੂੰ ਦ੍ਰਿੜ ਕਰ ਦਿੱਤਾ ਗਿਆ ਸੀ, ਹਾਰਡ ਵਰਕ ਇਜ਼ ਕੀ ਟੂ ਸਕਸੈਸ। ਟੀਚਰ ਨੇ ਕਿੰਨੀ ਵਾਰ ਉਹਨੇ ਦ੍ਰਿੜ, ਹੈਲਥ ਇਜ਼ ਵੈਲਥ। ਉਹਨੇ ਕਿਹਾ ਹੈਲਥ ਇਜ਼ ਵੈਲਥ, ਵੀ ਸਿਹਤ ਹੀ ਧਨ ਹੈ। ਫਿਰ ਉਹ ਉਦਾਹਰਨਾਂ ਦਿੱਤੀਆਂ ਵੀ ਜੇ ਤੁਸੀਂ ਸਿਹਤਮੰਦ ਹੋ ਤਾਂ ਕਮਾ ਕੇ ਖਾ ਲਓਗੇ। ਜੇ ਤੁਸੀਂ ਬਿਮਾਰ ਹੋ, ਇੱਕ ਤਾਂ ਕਮਾ ਕੇ ਨਹੀਂ ਖਾ ਸਕੋਗੇ, ਦੂਜਾ ਬਿਮਾਰੀ 'ਤੇ ਪੈਸੇ ਲੱਗਣ ਲੱਗ ਗਏ। ਫਿਰ ਪਤਾ ਲੱਗਦਾ ਵੀ ਵਾਕਈ ਹੈ ਹੈਲਥ ਹੈ, ਇਹੀ ਵੈਲਥ ਹੈ। ਤੰਦਰੁਸਤੀ ਹੀ ਅਸਲ ਧਨ ਹੈ।
ਤੇ ਹਾਰਡ ਵਰਕ ਇਜ਼ ਕੀ ਟੂ ਸਕਸੈਸ ਹੈ। ਸਖਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਸਫਲ ਹੋਣ ਲਈ ਸਖਤ ਮਿਹਨਤ ਦੀ ਲੋੜ ਹੈ। ਇਹ ਬੱਚੇ ਨੂੰ ਇਹਨਾਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ, ਤਾਂ ਜੋ ਮਿਹਨਤ ਕਰੇ ਤੇ ਕਿਸੇ ਸਿਰੇ ਲੱਗੇ ਹਨ। ਅੱਜ ਕੱਲ੍ਹ ਬਹੁਤ ਕੰਪੀਟੀਸ਼ਨ ਦਾ ਜ਼ਮਾਨਾ ਹੈ, ਮੁਕਾਬਲੇ ਦਾ ਜ਼ਮਾਨਾ ਹੈ। ਥੋੜ੍ਹੇ ਥਾੜੇ ਨੰਬਰਾਂ ਨਾਲ ਕੋਈ ਨਹੀਂ ਪੁੱਛਦਾ। ਅੱਜ ਤੋਂ 25 ਸਾਲ ਪਹਿਲਾਂ ਜਦੋਂ ਮੈਂ ਸਰਵਿਸ ਕਰਦਾ ਸੀ, ਸਾਡੇ ਸਕੂਲ ਜਿਹੜੀ 10ਵੀਂ 'ਚ ਲੜਕੀ ਫਸਟ ਆਈ ਉਹਦੇ 85% ਨੰਬਰ ਸਨ। ਜਦੋਂ ਬਾਪ ਨੂੰ ਪਤਾ ਲੱਗਾ 2 ਮਾਰੇ ਦੇ ਥੱਪੜ, ਕਹਿੰਦੇ ਵੀ ਕਿ ਨੰਬਰ ਨੇ। ਸਾਰੇ ਸਕੂਲ 'ਚੋਂ ਫਸਟ ਆਈ ਹੈ, ਮੈਰਿਟ ਦੇ ਵਿੱਚ ਵੀ ਆਈ ਹੈ, ਮੈਰਿਟ 'ਚ ਵੀ ਆਈ ਹੈ। ਉਹਦੇ ਨੰਬਰ ਬਹੁਤੇ ਨਹੀਂ ਸੀ ਹੈਗੇ ਕਿ ਐਸੇ ਟਾਈਪ ਕੁਐਸਚਨ ਹੁੰਦੇ ਸਨ। ਹੁਣ ਤਾਂ ਓਬਜੈਕਟਿਵ ਟਾਈਪ ਕੁਐਸਚਨ ਹੋਣ ਕਰਕੇ ਨੰਬਰ ਬੜੇ ਬੜੇ ਨੰਬਰ ਬੱਚਿਆਂ ਦੇ ਆ ਜਾਂਦੇ। ਉਹ ਤਾਂ ਐਸੇ ਟਾਈਪ ਕੁਐਸਚਨ ਹੁੰਦੇ ਸਨ। ਉਹ ਅਗਲੇ ਦਿਨ ਮੈਂ ਕਹਿੰਦੇ ਵੀ ਡੈਡੀ ਨੇ ਮੇਰੇ 2 ਥੱਪੜ ਮਾਰੇ, ਕਹਿੰਦੇ ਇਹ ਵੀ ਕੋਈ ਨੰਬਰ ਨੇ। ਮੈਂ ਬੀਬਾ ਉਹ ਆਪਣੇ ਥਾਂ 'ਤੇ ਠੀਕ ਨੇ। ਤੂੰ ਪੇਂਡੂ ਸਕੂਲ 'ਚ ਪੜ੍ਹੀ ਹੈ, ਸਕੂਲ ਦੇ ਪੜ੍ਹ ਤੂੰ ਬਹੁਤ ਨੰਬਰ ਲੈ ਲਏ, ਪਰ ਤੇਰੇ ਪਿਤਾ ਜੇਈ ਨੇ, ਸ਼ਹਿਰ 'ਚ ਨੇ। ਉਹ ਸ਼ਹਿਰ 'ਤੇ ਦੇਖਦੇ ਨੇ, ਉਹ ਤਾਂ ਬੱਚੇ 95 96% ਨੰਬਰ ਲੈਂਦੇ ਨੇ, ਤੂੰ 85 ਲੈ, ਤਾਂ ਤੇਰੇ ਤੋਂ ਕੁੱਟ ਪਈ, ਕੋਈ ਗੱਲ ਨਹੀਂ। ਸੋ ਅੱਜ ਤੋਂ 25 ਸਾਲ ਪਹਿਲਾਂ ਵੀ 85% ਨੰਬਰ ਵਾਲੇ 76 ਪਏ ਸਨ, ਅਤੇ ਅੱਜ ਤਾਂ 95 ਤੋਂ ਘੱਟ ਤੇ ਦਾਖਲਾ ਹੀ ਨਹੀਂ ਮਿਲਦਾ। ਇੱਕ ਗੁੱਡੀ ਆ ਗਈ, ਮੈਨੂੰ ਜੀ ਨਾ ਕਮਰਸ 'ਚ ਦਾਖਲਾ ਮਿਲਦਾ, ਮੈਂ ਤਾਂ ਨਹੀਂ ਮਿਲਦਾ। ਮੈਂ ਪਟਿਆਲੇ ਦੇ ਕਿਸੇ ਕਾਲਜ ਤੈਨੂੰ ਦਾਖਲਾ ਨਹੀਂ ਮਿਲਣਾ, ਤੂੰ ਮੈਰਿਟ 'ਚ ਹੀ ਨਹੀਂ ਆਉਣਾ। ਇੰਨੀ ਮੈਰਿਟ ਅੱਜ ਕੱਲ੍ਹ ਹਾਈ ਚਲੀ ਜਾਂਦੀ ਹੈ। ਖੈਰ, ਕਹਿਣ ਦਾ ਭਾਵ ਹੈ ਕਿ ਕਿਸੇ ਵੀ ਚੀਜ਼ ਦੀ ਤੁਸੀਂ ਪ੍ਰਾਪਤੀ ਕਰਨੀ ਹੈ, ਬਹੁਤ ਮਿਹਨਤ ਦੀ ਲੋੜ ਹੈ। ਅੱਜ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਸੰਤਾਂ ਦੇ ਜੀਵਨ ਪੜ੍ਹੋ, ਫਿਰ ਪਤਾ ਲੱਗੂ ਵੀ 24 ਘੰਟੇ 'ਚ ਇੱਕੋ ਰੋਟੀ ਖਾ ਕੇ ਗੁਜ਼ਾਰਾ ਕਰਨ ਵਾਲੇ ਸਨ, ਲੱਗੇ ਰਹਿੰਦੇ ਸਨ। ਕਈ ਸੰਤਾਂ ਦਾ ਜੀਵਨ ਪੜ੍ਹਿਆ, ਉਹ ਆਪਣਾ ਜੂੜਾ ਜਿਹੜਾ ਨਾ ਜੀ, ਰੱਸੀ ਬੰਨ੍ਹ ਜੂੜੇ ਨੂੰ, ਛੱਤ ਨਾ ਬੰਨ੍ਹ ਲਿਆ ਕਰਦੇ ਰੱਸੀ, ਬਈ ਤਾਂ ਜੇ ਐਂ ਸਿੱਧਾ ਰਹੇ, ਇੰਨੀ ਖਿੱਚ ਕੇ ਬੰਨ੍ਹਦੇ ਸਨ। ਬਈ ਜਦੋਂ ਨੀਂਦ ਆਵੇ ਚਪਕਾਏ, ਸਿਰ ਹੇਠਣ ਜਾਊਗਾ ਕਿ ਨਹੀਂ, ਉੱਤਰ ਖਿੱਚ ਪਏਗੀ, ਫਿਰ ਸਾਵਧਾਨ ਹੋ ਜਾਏ, ਫਿਰ ਲਾਜ ਵਾਹਿਗੁਰੂ ਵਾਹਿਗੁਰੂ ਕਰਨ। ਫਿਰ ਦੇਖਿਆ ਵੀ ਕੁਦਰਤੀ ਨੀਂਦ ਹੁਣ ਸਮਾਂ ਪਾ ਕੇ ਆਉਣੀ ਹੁੰਦੀ ਹੈ। ਫਿਰ ਜਦ ਨੀਂਦ ਆਉਂਦੀ, ਬੰਦੇ ਸਿਰ ਹਮੇਸ਼ਾ ਨੀਵਾਂ ਹੋ ਜਾਂਦਾ। ਜਦੋਂ ਸਿਰ ਨੀਵਾਂ ਹੋਣਾ, ਉੱਤੋਂ ਫਿਰ ਖਿੱਚ ਪੈਣੀ ਰੱਸੀ ਦੀ, ਕਿਉਂਕਿ ਟਾਈਟ ਕੀਤੀ ਹੁੰਦੀ ਸੀ, ਐਂ ਲੱਗੇ ਰਹਿੰਦੇ। ਸੰਤ ਈਸ਼ਰ ਸਿੰਘ ਜੀ ਮਹਾਰਾਜ ਜਿਹੜਾ ਨਾ ਕੋਈ ਰਾੜਾ ਸਾਹਿਬ ਹੈ, ਕਹਿੰਦੇ ਰਾੜਾ ਸਾਹਿਬ ਦੇ ਨਾਲ ਨਾ ਨਹਿਰ ਵਗਦੀ ਹੈ। ਉੱਥੇ ਜਿਹੜਾ ਪੁਲ ਹੈ, ਪੁਲ ਦੇ ਦੋਨਾਂ ਸਾਈਡਾਂ 'ਤੇ ਛੋਟੀ ਛੋਟੀ ਕੰਧ ਬਣੀ ਹੁੰਦੀ ਕਿ ਨਹੀਂ, ਉਸ 'ਤੇ ਬਿਠਾ ਦੇਣਾ ਵੀ ਲੱਤਾਂ ਪਾਣੀ ਵਾਲੇ ਹੇਠ ਨਾ ਕਰ ਲੈ। ਸਰਦੀਆਂ ਦੇ ਮੌਸਮ 'ਚ ਉਹ ਪੁਲ ਦੇ ਉੱਤੇ ਬਿਠਾ ਦੇਣਾ, ਬਨੇਰਾ ਜਿਹੜਾ ਪੁਲ ਦਾ ਡਿੱਗਣਾ, ਬਈ ਜੇ ਰਤੀ ਇਹਨੂੰ ਚਪਕਾਇਆ, ਪਾਣੀ ਦੇ ਵਿੱਚ ਡਿੱਗੂਗਾ। ਤਾਂ ਜਾ ਕੇ ਕਿਤੇ ਕੋਈ ਗੱਲ ਸਿਰੇ ਲੱਗਦੀ ਹੈ। ਅਸੀਂ ਤਾਂ ਸੁੱਖ ਰਹਿਣੇ ਹੋ ਗਏ, ਰਜਾਈਆਂ ਲੈ ਕੇ ਪੈ ਰਹਿੰਦੇ ਹਾਂ, ਉਹ ਸਰੀਰ ਨਿੱਘਾ ਹੋ ਜਾਂਦਾ ਹੈ, ਫਿਰ ਨੀਂਦ ਆਉਂਦੀ ਹੈ। ਇਹ ਗਰਮੀਆਂ ਦੇ ਵਿੱਚ ਹੁਣ ਤਾਂ ਚਲੋ AC ਹੋ ਗਏ ਨਾ ਅਮੀਰਾਂ ਲਈ, ਤਾਂ ਪਰ ਗਰੀਬ ਲਈ ਤਾਂ ਅਜੇ ਵੀ ਔਖਾ ਗਰਮੀਆਂ 'ਚ। 2 ਵਜੇ ਰਾਤ ਨੂੰ ਜਾ ਕੇ ਠੰਡ ਹੁੰਦੀ ਹੈ ਕੁਛ, ਉਦੋਂ ਹੀ ਅਸਲ ਸੌਣ ਦਾ ਕੋਈ ਆਨੰਦ ਆਉਂਦਾ ਹੈ, ਅਤੇ ਕਹਿ ਜੀ ਅੰਮ੍ਰਿਤ ਵੇਲਾ ਆ ਗਿਆ, ਉੱਠੋ ਉੱਠੋ। ਸੋ ਕਿਸੇ ਚੀਜ਼ ਦੀ ਵੀ ਕੋਈ ਪ੍ਰਾਪਤੀ ਕਰਨੀ ਹੈ, ਉਹਦੇ ਲਈ ਬਹੁਤ ਔਖਾਈਆਂ ਝਾਗਣੀਆਂ ਪੈਂਦੀਆਂ, ਬੜੀ ਮਿਹਨਤ ਕਰਨੀ ਪੈਂਦੀ ਹੈ। ਪਰ ਕੁਝ ਸਾਲ ਕੀਤੀ ਹੋਈ ਮਿਹਨਤ ਫਿਰ ਸਾਰੀ ਉਮਰ ਮੌਜ ਰਹਿੰਦੀ ਹੈ। ਜਿਹੜੇ ਬੱਚੇ ਕੁਝ ਸਾਲ ਚੱਜ ਨਾਲ ਲਾ ਲੈਂਦੇ ਪੜ੍ਹਾਈ ਦੇ, ਉਹ ਨੌਕਰੀਆਂ 'ਤੇ ਲੱਗ ਜਾਂਦੇ ਨੇ। ਜੇ ਪਹਿਲਾਂ ਐਸ਼ ਕੀਤੀ ਹੈ, ਫਿਰ ਸਾਰੀ ਉਮਰ ਬੰਦਾ ਧੱਕੇ ਖਾਂਦਾ ਰਹਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿ ਜ਼ਾਹਰ ਜ਼ਹੂਰ ਹੈ। ਜ਼ਾਹਰ ਜਿਹੜਾ ਹੁੰਦਾ ਪ੍ਰਤੱਖ ਸਾਹਮਣੇ ਵਾ, ਜਿਹੜਾ ਜ਼ਹੂਰ ਹੁੰਦਾ ਪ੍ਰਕਾਸ਼ ਵਾਲਾ। ਤੂੰ ਪ੍ਰਤੱਖ ਪ੍ਰਕਾਸ਼ ਵਾਲਾ ਹੈ, ਭਾਵ ਤੇਰਾ ਪ੍ਰਕਾਸ਼ ਦਿਸ ਰਿਹਾ ਹੈ। ਜ਼ਾਹਰ ਫਾਰਸੀ ਦੇ ਸ਼ਬਦ ਨੇ, ਜ਼ਾਹਰ ਪ੍ਰਤੱਖ, ਜ਼ਹੂਰ ਪ੍ਰਕਾਸ਼ ਵਾਲਾ। ਤੂੰ ਪ੍ਰਤੱਖ ਪ੍ਰਕਾਸ਼ ਵਾਲਾ ਹੈ ਕਿ ਹਾਜ਼ਰ ਹਜ਼ੂਰ ਹੈ। ਹਾਜ਼ਰ ਤਾਂ ਸਾਰੇ ਜਾਣਦੇ ਨੇ,
ਫਲਾਣਾ ਬੰਦਾ ਜੀ ਹਾਜ਼ਰ ਹੈ ਜੀ, ਫਲਾਣਾ ਜੀ ਗੈਰ ਹਾਜ਼ਰ ਹੈ। ਹਜ਼ੂਰ ਹੁੰਦਾ ਸਾਹਮਣੇ, ਹਾਜ਼ਰ ਹੈ ਤੇ ਸਾਹਮਣੇ ਹੈ। ਜਿਹਨੂੰ ਆਪਾਂ ਕਹਿੰਦੇ ਫਲਾਣਾ ਬੰਦਾ ਹਾਜ਼ਰ ਨਾਜ਼ਰ ਹੈ ਜੀ, ਪਰਮਾਤਮਾ ਹਾਜ਼ਰ ਨਾਜ਼ਰ ਹੈ। हे परमात्मा, तू हाज़र नाज़र हैं, तू ज़ाहिर ज़हूर हैं, तू प्रतख प्रकाश वाला हैं। ज़ाहिर प्रतख ज़हूर प्रकाश वाला, के ज़ाहिर ज़हूर हैं, तू प्रतख प्रकाश वाला हैं, के हाज़र हजूर हैं, तू सामने हाज़र हैं। जिन्हों कहते आम तू हाज़र नाज़र हैं। ਹਮੇਸ਼ੁਲ ਸਲਾਮ ਹੈ। ਹਮੇਸ਼ੁਲ ਹੁੰਦਾ ਹਮੇਸ਼ਾ ਲਈ। ਸਲਾਮ ਇੱਕ ਤਾਂ ਆਪਾਂ ਜੇ ਨਮਸਕਾਰ ਮੁਸਲਮਾਨ ਕਰਦੇ ਨੇ, ਇਹ ਤਾਂ ਸਲਾਮਤ ਮਤਲਬ ਸਲਾਮਤ। हे परमात्मा, तू हमेशा सलामत हैं, तू हमेशा रहन वाला है। सलामत है ਹਲਕਾ ਜੀ, ਉਹ ਕੀ ਹਾਲ ਚੱਲਦਾ ਜੀ? ਉਹ ਸਹੀ ਸਲਾਮਤ ਹੈ ਜੀ। ਸਹੀ ਸਲਾਮਤ ਆਮ ਕਹਿੰਦੇ, ਪਰ ਉਹਦੇ ਭਾਵ ਆਪਾਂ ਸਮਝ ਗਏ ਹਾਂ ਵੀ ਸਹੀ ਸਲਾਮਤ ਕੀ ਕਹਿ ਰਿਹਾ ਹੈ, ਵੀ ਠੀਕ ਠਾਕ ਹੈ। ਉਹੀ ਉਹਦਾ ਕੀ ਹਾਲ ਹੈ? ਸਹੀ ਸਲਾਮਤ ਹੈ ਜੀ, ਭਾਵ ਠੀਕ ਠਾਕ ਹੈ, ਕੁਛ ਨਹੀਂ ਉਹਨੂੰ ਹੋਇਆ, ਅਜੇ ਜਿਉਂਦਾ ਉਹ। ਹਮੇਸ਼ਾ ਹੁੰਦਾ ਹਮੇਸ਼ਾ ਲਈ। ਹਮੇਸ਼ਾ ਸਲਾਮ ਹੈ, ਤੂੰ ਹਮੇਸ਼ਾ ਲਈ ਸਲਾਮਤ ਹੈ, ਤੂੰ ਹਮੇਸ਼ਾ ਲਈ ਰਹਿਣ ਵਾਲਾ ਹੈ। ਸਮਤੁਲ ਕਲਾਮ ਹੈ, ਤੂੰ ਸਭ ਦੇ ਬੋਲ ਹੈ। ਕਲਾਮ ਬੋਲਣ ਨੂੰ ਕਹਿੰਦੇ ਨੇ, ਬਚਨ ਬੋਲ। ਤੂੰ ਸਭ ਦਾ ਬੋਲ ਹੈ, ਭਾਵ ਤੂੰ ਸਾਰਿਆਂ ਦੇ ਵਿੱਚ ਬੋਲ ਰਿਹਾ ਹੈ। ਪਰਮਾਤਮਾ ਵੀ ਬੋਲ ਰਿਹਾ ਹੁੰਦਾ। ਤਾਂ ਹੀ ਸਾਡੇ ਗੁਰੂਆਂ ਨੇ ਕਿਹਾ ਵੀ ਮੈਂ ਨਹੀਂ ਬੋਲ ਰਿਹਾ, हे ਪਰਮਾਤਮਾ ਤੂੰ ਮੇਰੇ ਵਿੱਚ ਬੈਠ ਕੇ ਬੋਲ ਰਿਹਾ ਹੈ। ਪਰਮਾਤਮਾ ਗੁਰੂਆਂ ਰਾਹੀਂ ਬੋਲਦਾ ਹੈ, ਕਿਉਂਕਿ ਪਰਮਾਤਮਾ ਨੂੰ ਅਸੀਂ ਵੇਖਿਆ ਨਹੀਂ। ਪਰਮਾਤਮਾ ਜੇ ਬੋਲਦਾ ਸਾਨੂੰ ਸੁਣਦਾ ਨਹੀਂ, ਪਰ ਗੁਰੂਆਂ ਨੇ ਪਰਮਾਤਮਾ ਨੂੰ ਵੇਖਿਆ ਵੀ ਹੁੰਦਾ ਅਤੇ ਉਹਨੂੰ ਸੁਣਿਆ ਵੀ ਹੁੰਦਾ। ਹੁਣ ਦੇਖੋ, ਗੁਰੂ ਨਾਨਕ ਦੇਵ ਜੀ ਬਿਲਕੁਲ ਨੌਜਵਾਨ ਨੇ, ਵੇਈ ਨਦੀ 'ਚ ਇਸ਼ਨਾਨ ਕਰਨ ਗਏ, ਅਲੋਪ ਹੋ ਗਏ। ਬਾਅਦ ਵਿੱਚ ਪੁੱਛਿਆ ਨਾ ਵੀ ਤੁਸੀਂ ਕਿੱਥੇ ਗਏ ਸੀ, ਕਿਉਂਕਿ ਹਰ ਇੱਕ ਨੂੰ ਨਹੀਂ ਸੁਣਦਾ। ਅਤੇ ਕਦੇ ਕਦੇ ਮਰਦਾਨਾ ਜੀ ਨੂੰ ਦੱਸਿਆ ਕਰਦੇ, ਉਹਨਾਂ ਮਿੱਤਰ ਸੀ ਪੱਕਾ। ਮਰਦਾਨਾ ਜੀ ਹਾਲਾਂਕਿ 10 ਸਾਲ ਗੁਰੂ ਨਾਨਕ ਦੇਵ ਤੋਂ ਵੱਡੇ ਸਨ। ਮਰਦਾਨਾ ਜੀ ਗੁਰੂ ਨਾਨਕ ਦੇਵ ਤੋਂ 10 ਸਾਲ ਵੱਡੇ ਸਨ, ਜਿਵੇਂ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ 5 ਸਾਲ ਵੱਡੇ ਸਨ। ਗੱਲ ਵੱਡੇ ਛੋਟੇ ਦੀ ਨਹੀਂ, ਇਹਨਾਂ ਆਪਸੀ ਪਿਆਰ ਸੀ। ਮਰਦਾਨਾ ਨੇ ਪੁੱਛਿਆ ਵੀ ਬਾਬਾ ਜੀ ਤੁਸੀਂ ਕਿੱਥੇ ਗਏ ਸੀ? ਕਹਿੰਦੇ ਭਾਈ ਅਸੀਂ ਇਸ਼ਨਾਨ ਕਰਨ ਗਏ, ਸਾਨੂੰ ਸਿੱਧੇ ਦਰਗਾਹ 'ਚ ਹੁਕਮ ਹੋ ਗਿਆ ਵੀ ਆਓ ਜੀ। ਕਹਿੰਦੇ ਅਸੀਂ ਪਰਮਾਤਮਾ ਦੀ ਦਰਗਾਹ ਚਲੇ ਗਏ। ਪਰਮਾਤਮਾ ਨੇ ਸਾਨੂੰ ਜਾਂਦੇ ਹੀ ਕਿਹਾ, हे ਨਾਨਕ ਮੈਂ ਤੈਨੂੰ ਨਾਮ ਜਪਾਉਣ ਲਈ ਭੇਜਿਆ ਸੀ ਵੀ ਤੂੰ ਜਾ ਕੇ ਨਾਮ ਜਪਾ, ਤੂੰ ਮੇਰਾ ਨਾਮ ਨਹੀਂ ਜਪਾਉਣਾ ਸ਼ੁਰੂ ਕੀਤਾ। ਕਹਿੰਦੇ ਮੈਂ ਕਿਹਾ ਵੀ ਵਾਹਿਗੁਰੂ ਜੀ ਤੁਸੀਂ ਸੰਸਾਰ ਦਾ ਇੱਕ ਵਿਧਾਨ, ਇੱਕ ਨਿਯਮ ਬਣਾਇਆ ਹੋਇਆ ਹੈ ਕਿ ਕੋਈ ਨਿਗੁਰਾ ਬੰਦਾ ਦੂਜੇ ਨੂੰ ਨਾਮ ਨਹੀਂ ਜਪਵਾ ਸਕਦਾ। ਹੁਣ ਮੰਨ ਲਓ ਮੈਂ ਆਪ ਹੀ ਨਾਮ ਨਹੀਂ ਲਿਆ ਅਤੇ ਤੁਹਾਨੂੰ ਕੀ ਜਪਾਵਾਂਗਾ? ਜਾਣੀ ਕਿ ਮੈਂ ਆਪ ਹੀ ਗੁਰਮੰਤਰ ਨਹੀਂ ਲਿਆ ਅਤੇ ਤੁਹਾਨੂੰ ਮੈਂ ਕਿਹੜੇ ਮੂੰਹ ਨਾਲ ਗੁਰਮੰਤਰ ਦਾ ਜਾਪ ਕਰਾਵਾਂਗਾ? ਵੀ ਕੋਈ ਨਿਗੁਰਾ ਪਰਮਾਤਮਾ ਦਾ ਨਾਮ ਨਹੀਂ ਜਪਾ ਸਕਦਾ, ਇਸ ਲਈ ਮੈਂ ਤੁਹਾਡੇ ਕੋਲ ਆਇਆ। ਅੱਛਾ, ਪਰਮਾਤਮਾ ਨੇ ਆਪਣੇ ਸੇਵਕਾਂ ਨੂੰ ਕਿਹਾ, ਪਹਿਲਾਂ ਗੁਰੂ ਨਾਨਕ ਨੇ ਕਹੇ, हे ਨਾਨਕ ਇਸ ਥੜੇ 'ਤੇ ਬੈਠ। ਗੁਰੂ ਮਾਏ ਥੜੇ 'ਤੇ ਬੈਠ ਕੇ ਆਪਣੇ ਸੇਵਕਾਂ ਨੂੰ ਕਿਹਾ। ਪਰਮਾਤਮਾ ਨੇ ਅੰਮ੍ਰਿਤ ਦਾ ਪਿਆਲਾ ਲਿਆ, ਅੰਮ੍ਰਿਤ ਦਾ ਪਿਆਲਾ ਆ ਗਿਆ ਹੈ। हे ਨਾਨਕ ਤੂੰ ਅੰਮ੍ਰਿਤ ਪੀ। ਗੁਰੂ ਮਹਾਰਾਜ ਅੰਮ੍ਰਿਤ ਪੀਤਾ। ਫਿਰ ਪਰਮਾਤਮਾ ਨੇ ਉਹਨੂੰ ਗੁਰਮੰਤਰ ਦਿੱਤਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਗੁਰਮੰਤਰ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਨੇ।
ਪਰਮਾਤਮਾ ਕਹਿੰਦਾ ਹੈ ਨਾਨਕ ਤੂੰ ਵੀ ਕੁਛ ਬੋਲ। ਅਤੇ ਉਹ ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮਾਤਮਾ ਕਹਿੰਦਾ ਨਾਨਕ ਮੈਂ ਕੀ ਹਾਂ ਉਹ ਤੂੰ ਸਮਝ ਗਿਆ ਹੈ। ਕਹਿੰਦੇ ਸੁਣ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਧਿਆਨ ਦੇ, ਪਰਮੇਸ਼ਰ ਦੋਨਾਂ ਨਾਲ ਹੀ ਲੱਗਾ ਹੋਇਆ, ਤਾਂ ਕਿ ਗੁਰ ਪਰਮੇਸ਼ਰ ਇੱਕੋ ਜਾਣਦਾ ਹੀ। ਪਰਮਾਤਮਾ ਗੁਰੂ ਨਾਨਕ ਦੇਵ ਨੂੰ ਕਹਿੰਦੇ ਹੈ ਨਾਨਕ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ, ਜਿਸ ਤੇ ਤੇਰੀ ਖੁਸ਼ੀ ਉਸ ਤੇ ਮੇਰੀ ਖੁਸ਼ੀ। ਹੈ ਨਾਨਕ ਜਿਸ ਤੇ ਤੇਰੀ ਖੁਸ਼ੀ ਉਸ ਤੇ ਮੇਰੀ ਖੁਸ਼ੀ। ਕਹਿੰਦੇ ਜਾ ਹੁਣ ਅਤੇ ਮੇਰਾ ਨਾਮ ਜਪਾ। ਸੋ ਇਸ ਲਈ ਇਹ ਸਾਰੇ ਕਲਾਮ ਸਾਰੇ ਬੋਲ ਪਰਮਾਤਮਾ ਦੇ ਹੀ ਹਨ। ਤਾਂ ਉਹ ਕਹਿੰਦੇ ਸੀ ਮੈਨੂੰ ਬੋਲਣਾ ਨਹੀਂ ਆਉਂਦਾ, ਇਹ ਜੋ ਮੈਂ ਬੋਲ ਰਿਹਾ ਤਾਂ ਪਰਮਾਤਮਾ ਦੇ ਬੋਲ ਨੇ। ਹਉ ਆਪੋਂ ਬੋਲਣਾ ਜਾਣਦਾ ਸਭ ਕਹਿਆ ਹੁਕਮਾਓ ਜੀਓ। ਜੋ ਮੈਨੂੰ ਪਰਮਾਤਮਾ ਦਾ ਹੁਕਮ ਹੋਇਆ ਮੈਂ ਤਾਂ ਉਹੀ ਕਹਿ, ਮੈਨੂੰ ਆਪ ਤੇ ਕੁਝ ਕਹਿਣਾ ਨਹੀਂ ਆਉਂਦਾ। ਨਿਮਰਤਾ ਧਾਰਨ ਕੀਤੀ। ਇਸ ਲਈ ਇਹਨੂੰ ਰੱਬੀ ਕਲਾਮ ਵੀ ਕਹਿੰਦੇ। ਬਾਣੀ ਨੂੰ ਰੱਬੀ ਕਲਾਮ ਕਹਿੰਦੇ। ਰੱਬੀ ਬੋਲਨੇ ਹੈ, ਕਲਾਮ ਮੈਨੇ ਬੋਲ। ਬਾਣੀ ਰੱਬੀ ਬੋਲਨੇ। ਜਿਵੇਂ ਮੁਹੰਮਦ ਸਾਹਿਬ ਕਹਿੰਦੇ ਜਿਹੜਾ ਕੁਰਾਨ ਸ਼ਰੀਫ ਹੈ ਰੱਬੀ ਬੋਲਨੇ, ਸਾਡੇ ਬੋਲ ਨਹੀਂ ਹੈਗੇ, ਇਹ ਰੱਬੀ ਬੋਲਨੇ। ਸੋ ਇਸ ਲਈ ਸਮਤੁਲ ਕਲਾਮ ਹੈ, ਤੂੰ ਸਭ ਦਾ ਬੋਲ ਹੈ। ਜੋ ਬੋਲ ਰਹੇ ਲੋਕ ਤੂੰ ਹੀ ਬੋਲ ਰਿਹਾ। ਫਿਰ ਦੇਖੋ ਕਿ ਜ਼ਾਹਰ ਜ਼ਹੂਰ ਹੈ। हे ਪਰਮਾਤਮਾ ਤੂੰ ਜ਼ਾਹਰ ਪ੍ਰਤੱਖ ਹੈ, ਜ਼ਹੂਰ ਪ੍ਰਕਾਸ਼ ਵਾਲਾ ਹੈ। ਤੂੰ ਪ੍ਰਤੱਖ ਹੈ ਅਤੇ ਪ੍ਰਕਾਸ਼ ਵਾਲਾ ਹੈ। ਕਿ ਹਾਜ਼ਰ ਹਜ਼ੂਰ ਹੈ, ਤੂੰ ਹਾਜ਼ਰ ਨਾਜ਼ਰ ਹੈ, ਭਾਵ ਤੂੰ ਸਾਹਮਣੇ ਹੈ। ਹਮੇਸ਼ੁਲ ਸਲਾਮ ਹੈ, ਤੂੰ ਸਦਾ ਰਹਿਣ ਵਾਲਾ ਹੈ, ਤੂੰ ਸਦਾ ਸਲਾਮਤ ਹੈ। ਹਮੇਸ਼ੁਲ ਹਮੇਸ਼ਾ, ਸਲਾਮ ਸਲਾਮਤ, ਤੂੰ ਹਮੇਸ਼ਾ ਰਹਿਣ ਵਾਲਾ ਹੈ, ਤੂੰ ਹਮੇਸ਼ਾ ਸਲਾਮਤ ਹੈ। ਸਮਤੁਲ ਕਲਾਮ ਹੈ, ਸਾਰਿਆਂ ਦੇ ਤੂੰ ਬੋਲ ਹੈ, ਤੂੰ ਸਭ ਦਾ ਬੋਲ ਹੈ। ਅੱਗੇ ਕਹਿੰਦੇ ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ। ਸਾਹਿਬ ਵੱਡੇ ਨੂੰ ਕਹਿੰਦੇ, ਸਾਹਿਬ ਮਾਲਕ ਨੂੰ ਵੀ ਕਹਿੰਦੇ ਨੇ, ਸਾਹਿਬ ਮਾਲਕ ਨੂੰ ਵੀ ਕਹਿੰਦੇ ਨੇ, ਸਾਹਿਬ ਅਫਸਰ ਨੂੰ ਵੀ ਕਹਿੰਦੇ ਨੇ। ਅੱਜ ਸਾਹਿਬ ਛੁੱਟੀ 'ਤੇ ਵੀ ਆਫਿਸਰ ਛੁੱਟੀ 'ਤੇ ਹੈ। ਜੇ ਕੋਈ ਨੌਕਰ ਹੈ ਤਾਂ ਕਹਿੰਦੇ ਸਾਹਿਬ ਹੈ ਨਹੀਂ, ਮਾਲਕ ਹੈ ਨਹੀਂ। ਸਾਹਿਬ ਮਾਲਕ ਵੀ ਹੁੰਦਾ ਹੈ, ਸਾਹਿਬ ਅਫਸਰ ਵੀ ਹੁੰਦਾ ਹੈ। ਇੱਥੇ ਸਾਹਿਬ ਤੋਂ ਮਤਲਬ ਵੱਡਾ, ਇੱਥੇ ਵੱਡਾ ਹੈ। ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ। ਸਾਹਿਬ ਦਿਮਾਗ ਹੈ, ਤੂੰ ਬਹੁਤ ਵੱਡੇ ਦਿਮਾਗ ਵਾਲਾ ਹੈ, ਤੂੰ ਸਭ ਤੋਂ ਵੱਡੇ ਦਿਮਾਗ ਵਾਲਾ ਹੈ। ਇਸ ਲਈ ਜਿਹੜਾ ਨਾਮ ਜਪਦਾ ਰਹਿੰਦਾ ਜਪਦਾ ਰਹਿੰਦਾ ਜਪਦਾ ਰਹਿੰਦਾ ਉਹ ਵੀ ਹੁਸ਼ਿਆਰ ਹੋ ਜਾਂਦਾ ਹੈ। ਉਹ ਵੀ ਹੌਲੀ ਹੌਲੀ ਹੁਸ਼ਿਆਰ ਹੋ ਜਾਂਦਾ, ਦਿਮਾਗ ਉਹਦਾ ਵੱਧਦਾ ਜਾਂਦਾ। ਕਿਉਂਕਿ ਜੋ ਪਰਮਾਤਮਾ ਦਾ ਗੁਣ ਹੈ ਉਹ ਨਾਮ ਜਪਣ ਵਾਲਿਆਂ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ। ਪਰਮਾਤਮਾ ਦੇ ਗੁਣ ਨਾਮ ਜਪਣਾ ਆਪਣੇ ਆਪ ਹੀ ਪ੍ਰਵੇਸ਼ ਹੋ ਜਾਂਦੇ ਹਨ। ਜੋ ਪਰਮਾਤਮਾ ਦੇ ਗੁਣ ਨੇ ਹੌਲੀ 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 ਉਹ ਮਨੁੱਖ ਦੇ ਵਿੱਚ ਪੈਦਾ ਹੋ ਜਾਂਦੇ। ਕਿ ਸਾਹਿਬ ਦਿਮਾਗ ਹੈ, ਤੂੰ ਵੱਡੇ ਦਿਮਾਗ ਵਾਲਾ ਹੈ। ਕਿ ਹੁਸਨੁਲ ਚਿਰਾਗ ਹੈ, ਆਪਾਂ ਦੀਵਾ ਕਹਿੰਦੇ ਹਾਂ, ਮੁਸਲਮਾਨ ਚਿਰਾਗ ਕਹਿੰਦੇ, ਪਾਰਸੀ ਚਿਰਾਗ ਕਹਿੰਦੇ। ਹੁਸਨੁਲ ਹੁਸਨ, ਆਪਾਂ ਸੁੰਦਰਤਾ ਕਹਿੰਦੇ ਹਾਂ, ਫਾਰਸੀ ਕਹਿੰਦੇ ਹੁਸਨ। ਕਿ ਹੁਸਨ ਨਾਲ ਚਿਰਾਗ ਹੈ, ਤੂੰ ਸੁੰਦਰਤਾ ਦਾ ਦੀਵਾ ਹੈ, ਤੂੰ ਸੁੰਦਰਤਾ ਦਾ ਦੀਵਾ ਹੈ, ਤੂੰ ਸੁੰਦਰਤਾ ਦਾ ਚਿਰਾਗ ਹੈ। ਕਿ ਕਾਮਲ ਕਰੀਮ ਹੈ, ਕਾਮਲ ਪੂਰੇ ਨੂੰ ਕਹਿੰਦੇ ਨੇ, ਤੂੰ ਪੂਰਨ ਹੈ। ਕਰੀਮ ਕਿਰਪਾਲੂ ਨੂੰ ਕਹਿੰਦੇ ਨੇ,
तू कृपालु है। तू पूर्ण है, तू कृपालु है। राजक हुंदा रिज़क देन वाला के राजक, तू राजक है, रिज़क देन वाला है, रोटी रोज़ी देन वाला है। रहीम है, तू दयालु है। करीम है, कृपालु है, रहीम है, दयालु है। के कामल करीम है, तू पूर्ण है, कामल पूर्ण। करीम कृपालु, तू पूर्ण है, तू कृपालु है। के राज़क, तू रिज़क देन वाला है। रहीम है, तू दयालु है। अड़का फलाने उसते जी रहम आ गया है, जी मेरे ते रहम करो जी। कि दोषी है कोई, उनको सज़ा देने लगा, जी मेरे ते रहम करो जी, तरस करो मेरे ते। सो जिन्हों तरस है वो दयालु है। दयालु नूं तरस आउंदा, बाकी तो आउंदा नहीं। सो इसलिए फिर देखो कि साहिब दिमाग हैं, तू वड्डे दिमाग वाला है। कि हुस्न चिराग हैं, तू सुंदरता दा दीवा है। कि कामल करीम हैं, तू पूर्ण कृपालु हैं। कि राज़क रहीम हैं, तू रिज़क देन वाला है अते दयालु है। साहिब वड्डा, हुस्न सुंदरता, चिराग दीवा, कामल पूर्ण, करीम कृपालु, राज़क रिज़क देन वाला, रहीम दयालु। क्योंकि सारे ही फारसी दे शब्द ने, तो अजकल फारसी ना स्कूलों च ना कॉलेजों दे विच है। इस करके ये बहुत औखी अपन लगती है। मैं कई बार सोचदा कमाल है, दसम पातशाह दे सिख पढ़े ही नहीं सी हुंदे, ते दसम पातशाह ने सिखां लई बाणी लिखी है, सिखां लई। और ये भी है नितनेम च शामिल करती है वे हर एक सिख जिहड़ा अमृतधारी है उसने बाणी पढ़नी है। उदों सिखां नूं शौक सी बाणी सीखण दा, इसलिए बहुत छेती याद हो जाती उन्होंने, एक एक लाइन करके याद कराते रहते सन। उदों सिख मूँह जबानी बाणी पढ़ते सन। अज सानू सौखा गया गुटके कोलने आप पढ़े लिखे, आप मूँह जबानी याद ही नहीं करते। बहुत घट ने ਜਿਹੜੇ ਬਾਣੀ ਨੂੰ ਮੂੰਹ ਜ਼ਬਾਨੀ ਯਾਦ ਕਰਦੇ ਨੇ। ਅੱਜ ਕੱਲ੍ਹ ਤਾਂ ਗੁਟਕੇ ਦੀ ਲੋੜ ਨਹੀਂ, ਕਿਸੇ ਪੋਥੀ ਦੀ ਲੋੜ ਨਹੀਂ, ਮੋਬਾਈਲ ਕੋਲ ਹੈ ਜੇਬ 'ਚ, ਸਾਰਾ ਕੁਛ ਹੀ ਇਹਦੇ 'ਚ, ਇਹ 'ਚ ਸਾਰਾ ਕੁਛ ਹੀ ਹੈ। ਕੋਈ ਬਾਣੀ ਕਰ ਲਓ, ਨਿਤਨੇਮ ਸਾਰਾ ਗੁਰੂ ਗ੍ਰੰਥ ਸਾਹਿਬ, ਸਾਰਾ ਗੁਰੂ ਗ੍ਰੰਥ ਸਾਹਿਬ ਬਾਣੀ ਹੈ। ਸਹਿਜ ਪਾਠ ਕਰਨਾ ਸਾਰਾ ਗੁਰੂ ਗ੍ਰੰਥ ਸਾਹਿਬ, ਅਰਥਾਂ ਨਾਲ ਕਰਨਾ ਅਰਥਾਂ ਨਾਲ ਵਿੱਚ ਹੈਗਾ। ਦਸਮ ਪਾਤਸ਼ਾਹ ਦੀ ਬਾਣੀ ਨਿਰੀ ਪੜ੍ਹਨੀ ਉਹ ਵੀ ਹੈਗੀ, ਦਸਮ ਪਾਤਸ਼ਾਹ ਦੀ ਅਰਥਾਂ ਸਮੇਤ ਬਾਣੀ ਪੜ੍ਹਨੀ ਉਹ ਵੀ ਹੈਗੀ। ਕਮਾਲ ਦੀ ਚੀਜ਼ ਬਣਾਈ ਹੈ। ਇਹ ਬੜੀ ਜ਼ਬਰਦਸਤ ਕਾਢ ਹੈ ਸਾਇੰਸ ਦੀ, ਪਤਾ ਹੀ ਨਹੀਂ ਇਹਦੇ ਵਿੱਚ ਕੀ ਕੁਛ ਹੈ। ਉਹ ਕੁਝ ਚਿੱਪ ਜੀ ਹੁੰਦੀ ਦੇਖਣਾ ਹੈ, ਹੈਰਾਨ, ਪਤਾ ਹੀ ਨਹੀਂ ਉਹਦੇ 'ਚ ਕੀ ਕੁਛ ਹੁੰਦਾ। ਕਿੰਨਾ ਬੰਦੇ 'ਚ ਦਿਮਾਗ ਹੈ। ਬੰਦੇ ਕਿਉਂ ਦਿਮਾਗ ਜ਼ਿਆਦਾ ਹੈ ਕਿ ਪਰਮਾਤਮਾ ਕਹਿੰਦਾ ਮੈਂ ਤੈਨੂੰ ਆਪਣੇ ਵਰਗਾ ਬਣਾਇਆ ਹੋਇਆ ਹੈ। ਪਰਮਾਤਮਾ ਕਹਿੰਦਾ ਮਨ ਤੂੰ ਜੋਤ ਸਰੂਪ ਹੈ, ਤੂੰ ਤਾਂ ਮੇਰੇ ਵਰਗਾ ਹੈ। ਆਪਣਾ ਮੂਲ ਪਛਾਣ, ਤੂੰ ਆਪਣੇ ਆਪ ਨੂੰ ਜਾਣ, ਤੂੰ ਕੌਣ ਹੈ। ਵਾਰੀ ਵਾਰੀ ਬਾਣੀ ਕਹਿੰਦੀ ਹੈ ਇਨਸਾਨ, ਪਰਮਾਤਮਾ ਕਹਿੰਦਾ ਹੈ ਇਨਸਾਨ ਮੈਂ ਤੈਨੂੰ ਆਪਣੇ ਵਰਗਾ ਬਣਾਇਆ, ਪਰ ਤੂੰ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ ਹੈ, ਇਸ ਲਈ ਤੂੰ ਜਿਹੜਾ ਹੈ ਐਵੇਂ ਧੱਕੇ ਧੋੜੇ ਜਿਹੇ ਖਾਈ ਜਾਂਦਾ। ਹੁਣ ਉਹਦੀ ਪਹਿਚਾਣ ਕਿਵੇਂ ਹੋਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੈ ਮਨਾ ਹੈ ਇਨਸਾਨ ਤੂੰ ਰੱਬ ਰੂਪ ਹੈ, ਆਪਣਾ ਮੂਲ ਜੋ ਪਰਮਾਤਮਾ ਹੈ ਉਹਨੂੰ ਪਹਿਚਾਣ। ਉਹ ਹੈ ਪਰਮਾਤਮਾ ਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਉੱਠਦੇ ਬੈਠਦੇ ਤੁਰਦੇ ਫਿਰਦੇ ਵਾਹਿਗੁਰੂ 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 ਕਰੀ ਜਾਓ। ਇੱਕ ਦਿਨ ਅਸੀਂ ਵਾਹਿਗੁਰੂ ਵਰਗੇ ਹੋ ਜਾਵਾਂਗੇ, ਫਿਰ ਸਾਨੂੰ ਪਤਾ ਲੱਗਿਆ ਵੀ ਓਹੋ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ, ਤੇਰੇ ਵਿੱਚ ਮੇਰੇ ਵਿੱਚ ਕੋਈ ਅੰਤਰ ਹੀ ਨਹੀਂ ਹੈ। ਮਿਹਨਤ ਦੀ ਲੋੜ ਹੈ।
ਥੁੱਕੀ ਬੜੇ ਕੋਈ ਨਹੀਂ ਪੱਕਣੀ। ਕਿਸੇ ਪਾਸੇ ਵੀ ਤੁਸੀਂ ਤਰੱਕੀ ਕਰਨੀ ਹੈ, ਜੇ ਕਿਤੇ ਤੁਸੀਂ ਸਾਇੰਸਦਾਨ ਦਾ ਜੀਵਨ ਪੜ੍ਹੋ, ਹੱਕੇ ਬੱਕੇ ਹੋ ਜਾਏਗਾ, ਹੈਰਾਨ ਹੋ ਜਾਏਗਾ ਵੀ ਕਮਾਲ ਹੈ, ਇੰਨੀ ਮਿਹਨਤ। ਮੇਰੀ ਕਿਊਰੀ ਹਸਬੈਂਡ ਵਾਈਫ ਹੋਏ ਜਿਹਨੇ ਰੇਡੀਅਮ ਦੀ ਕਾਢ ਕੱਢੀ, 16 ਸਾਲ ਉਹ ਤਜਰਬਾ ਕਰਦੇ ਰਹੇ ਪੱਥਰਾਂ 'ਤੇ। ਕੋਈ ਇੱਕ ਨਵੀਂ ਚੀਜ਼ ਕੱਢਣੀ ਹੈ। ਆ ਭਗਤਾਂ ਦਾ ਮੌਜ ਹੀ ਬੜੀ ਹੈ, ਸਾਨੂੰ ਤਾਂ ਮੌਜ ਹੀ ਬੜੀ ਹੈ। ਸਾਨੂੰ ਤਾਂ ਦੱਸਦਾ ਪਰਮਾਤਮਾ ਹੈਗਾ ਅਤੇ ਉਹ ਨਾਮ ਜਪਣ ਨਾਲ ਮਿਲਦਾ। ਇਹ ਤਾਂ ਗੱਲ ਹੀ ਬੜੀ ਸੌਖੀ ਹੈ। ਗੱਲ ਤਾਂ ਹੁਣ ਮਿਹਨਤ ਕਰਨ ਦੀ ਹੈ। ਸਾਇੰਸਦਾਨ ਨੇ ਇੱਕ ਨਵੀਂ ਚੀਜ਼ ਬਣਾਉਣੀ ਹੈ ਹੀ ਨਹੀਂ ਸੰਸਾਰ 'ਚੋਂ ਪਹਿਲਾਂ, ਨਵੀਂ ਬਣਾਉਣੀ ਹੈ। 16 ਸਾਲ ਲੱਗੇ ਰਹੇ। ਰੋਟੀ ਖਾਣ ਤੋਂ ਬਾਅਦ ਜਿਹੜਾ ਘਰ ਵਾਲਾ ਸੀ ਕਹਿੰਦਾ ਮੈਂ ਲੈਬ 'ਚ ਗੇੜਾ ਮਾਰਿਆ। ਉਹ ਜਦੋਂ ਬੰਦ ਦਰਵਾਜ਼ੇ ਵਿੱਚ ਝੀਤ ਸੀ, ਵਿਰਲ ਕਈ ਵਾਰੀ ਹੁੰਦੀ ਨਾ ਲੱਕੜੀ ਦਰਵਾਜ਼ੇ 'ਤੇ, ਜਦੋਂ ਵਿਰਲ ਦੇ ਵਿੱਚੋਂ ਦੇਖਿਆ ਅੰਦਰ ਚਾਨਣ ਹੀ ਚਾਨਣ, ਸਾਰਾ ਕਮਰਾ ਚਾਨਣ ਨਾਲ ਭਰਿਆ ਹੋਇਆ। ਭੱਜੇ ਗਿਆ, ਭੱਜੇ ਜਾ ਕੇ ਘਰ ਵਾਲੀ ਜੱਫੀ ਪਾ ਲਈ, ਕਹਿੰਦਾ ਰੇਡੀਅਮ ਲੱਭ ਗਿਆ, ਰੇਡੀਅਮ ਲੱਭ ਗਿਆ। ਐਡੀ ਜ਼ਬਰਦਸਤ ਕਾਢ ਕੱਢਤੀ ਸੰਸਾਰ ਦੇ। ਰੇਡੀਅਮ ਦੇ ਨਾਲ ਸਭ ਕੁਝ ਚਲਾਇਆ ਜਾ ਸਕਦਾ ਹੈ। ਗੱਡੀਆਂ ਚਲਾ ਲਓ, ਜੋ ਮਰਜ਼ੀ ਚਲਾ ਲਓ, ਐਸੀ ਕਾਢ ਕੱਢੀ ਸੀ। 16 ਸਾਲ ਦਿਨ ਰਾਤ ਲੱਗੇ ਰਹੇ ਹਨ। ਐਵੇਂ ਨਹੀਂ ਬਣਦੇ ਸਾਇੰਸਦਾਨ, ਐਵੇਂ ਨਹੀਂ ਬਣਦੇ ਭਗਤ। ਇਹ ਦੋਨਾਂ ਨੂੰ ਜਿੰਨਾ ਕਾਢਾਂ ਕੱਢਣੀ ਹੁੰਦੀਆਂ ਬੜਾ ਸਮਾਂ ਲੱਗਦਾ ਹੈ। ਕਿੰਨੇ ਪਤਾ ਹੀ ਨਹੀਂ, ਆ ਜਿਹੜਾ ਜਿਹਨੇ ਬਲਬ ਦੀ ਕਾਢ ਕੱਢੀ ਕਿੰਨੇ ਸਾਲ ਲੱਗਾ ਰਿਹਾ। ਉਹ ਕਰੇ ਤਜਰਬਾ, ਫੇਲ ਹੋ ਜਾ ਕਰੇ, ਫਿਰ ਲੱਗਾ, ਫਿਰ ਕਾਮਯਾਬ, ਫਿਰ ਲੱਗਾ ਰਿਹਾ। ਕਈ ਸਾਲਾਂ ਬਾਅਦ ਜਾ ਕੇ ਉਸਨੇ ਬਲਬ ਦੀ ਕਾਢ ਕੱਢੀ। ਕਿਆ ਜਗਮਗ ਸੰਸਾਰ 'ਚ ਬੰਦੇ ਨੇ ਖਾਧੀ। ਐਡੀਸਨ ਕਿਆ ਕਾਢਾਂ ਨੇ, ਕਿਆ ਜ਼ਬਰਦਸਤ ਬੰਦੇ ਨੇ। ਉਹਨਾਂ ਵਿਚਾਰਿਆਂ ਦੀ ਕੋਈ ਅਰਦਾਸ ਹੀ ਕਦੇ ਨਹੀਂ ਹੁੰਦੀ, ਕੋਈ ਅਰਦਾਸ ਨਹੀਂ ਕਰਦਾ। ਉਹ ਐਡੀਸਨ, ਕਿਆ ਬਾਤ ਹੈ ਤੇਰੀ, ਤੂੰ ਤਾਂ ਸੰਸਾਰ ਜਗਮਗ ਕਰਤੀ ਹੈ। ਨਾਮ ਸਾਧੂਆਂ ਦਾ, ਨਾਮ ਸਾਧੂਆਂ ਦਾ। ਅਤੇ ਜਿਨ੍ਹਾਂ ਨੇ ਸਾਨੂੰ ਸੁੱਖ ਸਹੂਲਤਾਂ ਦਿੱਤੀਆਂ, ਜ਼ਿੰਦਗੀ ਨਰਕ ਨੂੰ ਸਵਰਗ 'ਚ ਬਦਲ ਦਿੱਤਾ ਹੈ, ਉਹਨਾਂ ਦਾ ਕੋਈ ਨਾਂ ਹੀ ਨਹੀਂ ਜਾਣਦਾ। ਲੈ ਕਿਸੇ ਬੱਚੇ ਨੂੰ ਕਹਿ ਦੇ 5 ਸਾਇੰਸਦਾਨਾਂ ਦੇ ਨਾਮ ਬੋਲਦੇ, ਤੈਨੂੰ 100 ਰੁਪਏ ਦੇਵਾਂਗੇ, ਨਹੀਂ ਬੋਲ ਸਕਦੇ। 5 ਸਾਧਾਂ ਦੇ ਬੋਲ ਦੂਗਾ, ਬੋਲ ਦੇਗਾ। 5 ਸਾਧੂਆਂ ਦੇ ਨਾਮ ਬੋਲ ਦੇਗਾ, ਅਨਪੜ੍ਹ ਵੀ ਬੋਲ ਦੇਗਾ। ਅਤੇ ਸਾਇੰਸਦਾਨਾਂ ਦੇ ਨਾਮ 5 ਕਿਸੇ ਨੂੰ ਵੀ ਨਹੀਂ ਆਉਂਦੇ। ਹੁਣ ਸਾਇੰਸਦਾਨਾਂ ਦੇ ਵੀ ਜੀਵਨ ਪੜ੍ਹਨੇ ਚਾਹੀਦੇ ਨੇ, ਬੜਾ ਉਤਸ਼ਾਹ ਮਿਲਦਾ। ਸਾਧੂਆਂ ਦੇ ਸਾਇੰਸਦਾਨਾਂ ਜੀਵਨ ਪੜ੍ਹ ਕੇ ਬੜਾ ਉਤਸ਼ਾਹ ਮਿਲਦਾ ਵੀ ਦੇਖੋ ਇਹ ਲੋਕ ਕਿਵੇਂ ਲੱਗੇ ਰਹੇ, ਸਾਲਾਂ ਬੱਧੀ ਲੱਗੇ ਰਹੇ, ਤਾਂ ਜਾ ਕੇ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ। ਸੋ ਇਸੇ ਤਰ੍ਹਾਂ ਹੀ ਆ ਵੀ ਨਾ ਬੜੀ ਮਿਹਨਤ ਕਰਨੀ ਪੈਣੀ ਜਾਪ ਸਾਹਿਬ ਦੇ। ਇਹ ਉਹੀ ਨਹੀਂ ਹੈ ਵੀ ਇੱਕ ਵਾਰੀ ਕਥਾ ਸੁਣ ਲਈ ਪਤਾ ਨਹੀਂ ਸਰ ਜੂਗਾ ਨਾ। ਇਹ ਸੁਖਮਨੀ ਸਾਹਿਬ ਨਹੀਂ ਹੈਗੀ, ਬੜੀ ਛੇਤੀ ਸਮਝ ਆ ਜਾਏਗੀ, ਕਿਉਂਕਿ ਫਾਰਸੀ ਹੈ, ਇਹ ਸੰਸਕ੍ਰਿਤ ਹੈ, ਇਹ ਹਿੰਦੀ ਹੈ, ਇਹ ਬ੍ਰਿਜ ਭਾਸ਼ਾ ਹੈ। ਇਸ ਲਈ ਇੱਕ ਸ਼ਬਦ ਇਹ ਯਾਦ ਕਰਨਾ ਪੈਣਾ। 10-15 ਸ਼ਬਦ ਰੋਜ਼ ਇੱਕ ਕਾਗਜ਼ 'ਤੇ ਲਿਖ ਲਓ, ਉਹਨੂੰ ਜੇਬ 'ਚ ਪਾ ਲਓ। ਤੁਰਦੇ ਫਿਰਦੇ, ਸੈਰ ਕਰਦੇ, ਕੰਮ ਧੰਦਾ, ਉਹਨੂੰ ਨਾ ਯਾਦ ਕਰਦੇ ਰਹੋ ਵਾਰੀ। ਮੇਰੇ ਰੁਝੇਵੇਂ ਬਚਪਨ 'ਚ ਬਹੁਤ ਜ਼ਿਆਦਾ ਹੋ ਗਏ ਘਰ ਦੀਆਂ ਮਜਬੂਰੀਆਂ ਕਾਰਨ। ਮੈਨੂੰ ਯਾਦ ਹੈ ਇੱਕ ਹੱਥ 'ਚ ਮੇਰੇ ਕਾਪੀ ਹੁੰਦੀ, ਇੱਕ ਹੱਥ ਸਿਰ 'ਤੇ ਪੰਡ ਚੱਕੀ ਹੁੰਦੀ ਸੀ ਪੱਠਿਆਂ ਦੀ। ਇੱਕ ਹੱਥ ਨਾਲ ਪੰਡ ਚੱਕੀ ਹੈ, ਦੂਜੇ ਹੱਥ ਮੇਰੇ ਕਾਪੀ ਹੈ। ਮੈਂ ਯਾਦ ਕਰਦਾ ਜਾਂਦਾ, ਮਾਈ ਬੈਸਟ ਫਰੈਂਡ ਜਾਂ ਕੁਛ ਵੀ ਜੋ ਯਾਦ ਕਰਨਾ। ਨਾਲੇ ਤੁਰੇ ਜਾਣਾ, ਧਿਆਨ ਰੱਖ ਲਾਂ ਵੀ ਉੱਥੇ ਤੱਕ ਠੇਡਾ ਤਾਂ ਨਹੀਂ ਵੱਜੇਗਾ। ਇੱਕ ਵਾਰੀ ਵੇਖ ਲੈਣ, ਫਿਰ ਇੱਕ ਲਾਈਨ ਯਾਦ ਕਰ ਲਈ, ਰਾਮ ਇਜ਼ ਮਾਈ ਬੈਸਟ ਫਰੈਂਡ, ਰਾਮ ਇਜ਼ ਮਾਈ ਬੈਸਟ ਫਰੈਂਡ, ਰਾਮ ਇਜ਼ ਮਾਈ ਬੈਸਟ ਫਰੈਂਡ। ਯਾਦ ਹੋ ਗਿਆ। ਫਿਰ ਅਗਲੀ ਹੀ 16 years old ਯਾਦ ਕਰਦਾ। ਪੱਠੇ ਲੈਣ ਜਾ ਰਿਹਾ ਤਾਂ ਵੀ ਯਾਦ ਕਰਦਾ, ਆਉਂਦਿਆਂ ਵੀ ਯਾਦ ਕਰਕੇ। ਮੈਨੂੰ ਟਾਈਮ ਨਹੀਂ ਸੀ ਲੱਗਦਾ, ਉਂਝ ਮੈਨੂੰ ਟਾਈਮ ਨਹੀਂ ਸੀ ਲੱਗਦਾ। ਇੰਨੇ ਘਰ ਦੇ ਰੁਝੇਵੇਂ ਸਨ ਮੈਨੂੰ ਬਚਪਨ 'ਚ ਸ਼ੁਰੂ ਹੋ ਗਏ। ਪਰ ਦਾਤੇ ਦੀ ਕਿਰਪਾ ਰਹੇ, ਦਾਤੇ ਮੈਂ ਥੱਕਦਾ ਹੀ ਨਹੀਂ ਸੀ ਹੈਗਾ। ਨਾ ਮੇਰੇ ਮਨ 'ਚ ਕਦੇ ਆਇਆ ਵੀ ਆਹ ਕੀ ਸਿਆਪਾ ਮੇਰੇ ਲਈ ਖੜਾ ਹੋ ਗਿਆ। ਸਾਰੇ ਟੱਬਰ ਦੀਆਂ 3 ਟਾਈਮ ਦੀਆਂ ਰੋਟੀਆਂ ਬਣਾਉਣੀਆਂ, ਕਦੇ ਚੁੱਲ੍ਹੇ 'ਤੇ, ਕਦੇ ਤੰਦੂਰ 'ਤੇ ਹੈ। ਪੜ੍ਹਨ ਵੀ ਜਾਣਾ ਹੈ,
ਪੱਠੇ ਵੀ ਲਿਆਉਣੇ ਨੇ, ਕੁਤਰਨੇ ਵੀ ਨੇ, ਡੰਗਰਾਂ ਦੀ ਵੀ ਸਾਂਭ ਸੰਭਾਈ ਕਰਨੀ ਹੈ, ਹੋਮਵਰਕ ਵੀ ਕਰਨਾ ਤੇ ਕਲਾਸ 'ਚ ਫਸਟ ਵੀ ਆਉਣਾ। ਨਾਲੇ ਵੀ ਸੀ ਮੈਨੂੰ ਵੀ ਮੈਂ ਕਲਾਸ 'ਚ ਫਸਟ ਵੀ ਆਉਣਾ ਹੈ, ਅਤੇ ਜਿੰਨਾ ਸਮਾਂ ਮੈਂ ਸਕੂਲ ਕਾਲਜ ਪੜ੍ਹਦਾ ਰਿਹਾ ਮੈਂ ਫਸਟ ਹੀ ਆਉਂਦਾ ਰਿਹਾ। ਦਾਦਾ ਦੀ ਕਿਰਪਾ ਰਹੀ। ਮੈਨੂੰ ਯਾਦ ਹੈ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਸੀ। ਹਾਂ, ਪੱਠੇ ਲੈਣ ਜਾ ਰਹੇ ਤਾਂ ਵੀ ਇੱਕ ਹੱਥ 'ਚ ਪੰਡ ਚੱਕੀ, ਇੱਕ ਹੱਥ 'ਚ ਕਾਪੀ ਚੱਕੀ, ਵੀ ਯਾਦ ਕਰਦੇ ਆਉਂਦੇ ਜਾਂਦੇ ਯਾਦ ਕਰਨਾ, ਵੀ ਉਂਝ ਸਮਾਂ ਨਹੀਂ ਲੱਗਦਾ ਹੈ। ਇਸ ਲਈ ਭਾਈ ਇਹ ਤਾਂ ਦੱਸਿਆ ਤੁਹਾਨੂੰ ਕਿ ਜੇ ਤੁਸੀਂ ਜਾਪ ਸਾਹਿਬ ਨੂੰ ਨਾ ਇਹ ਰੋਜ਼ 15-20 ਸ਼ਬਦ 10-15 ਸ਼ਬਦ ਯਾਦ ਕਰਨੇ ਸ਼ੁਰੂ ਕਰੋ। ਹੌਲੀ ਹੌਲੀ ਕਿਉਂਕਿ ਸ਼ਬਦ ਵਾਰੀ ਵਾਰੀ ਰਿਪੀਟ ਹੋਈ ਜਾਣਗੇ, ਫਿਰ ਥੋੜ੍ਹਾ ਜਿਹਾ ਸੌਖਾ ਹੋ ਜਾਏ। ਹੁਸਨਲ ਹੈ, ਪਹਿਲਾਂ ਵੀ ਆ ਗਿਆ ਸ਼ਬਦ। ਸਲਾਮ ਹੈ, ਇਹ ਵੀ ਪਹਿਲਾਂ ਸ਼ਬਦ ਆ ਗਿਆ ਹੈ। ਹਾਜ਼ਰ ਹਜ਼ੂਰ ਆਪਾਂ ਨੂੰ ਆਮ ਹੀ ਸ਼ਬਦਾਂ ਦਾ ਪਤਾ ਹੈ। ਇਸ ਲਈ ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ, ਫਿਰ ਜਿਹੜਾ ਭਜਨ ਬੰਦਗੀ ਕਰਨ ਪਾਠ ਕਰਨ 'ਚ ਆਨੰਦ ਆਵੇਗਾ। ਸੋ ਗੁਰੂ ਮਹਾਰਾਜ ਕਹਿੰਦੇ ਕਿ ਸਾਹਿਬ ਦਿਮਾਗ ਹੈ, ਤੂੰ ਵੱਡੇ ਦਿਮਾਗ ਵਾਲਾ ਹੈ। ਹੁਸਨਲ ਚਿਰਾਗ ਹੈ, ਤੂੰ ਸੁੰਦਰਤਾ ਦਾ ਦੀਵਾ ਹੈ। ਤੂੰ ਕਾਮਲ ਕਰੀਮ ਹੈ, ਤੂੰ ਪੂਰਨ ਹੈ। ਕਰੀਮ ਤੂੰ ਕਿਰਪਾਲੂ ਹੈ ਕਿ ਰਾਜ਼ਕ ਰਹੀਮ ਹੈ। ਰਾਜ਼ਕ ਰਿਜ਼ਕ ਦੇਣ ਵਾਲਾ ਹੈ, ਰਹੀਮ ਹੈ, ਤੂੰ ਦਿਆਲੂ ਹੈ। ਸੋ ਸਤਿਕਾਰਯੋਗ ਸਾਸੀ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।